ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀ ਇਕਾਗਰ ਕਰੀਏ। ਗੁਰੂ ਚਰਨਾਂ ਚ ਲਵਾਈ ਹਾਜ਼ਰੀ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਇਹ ਮਨ ਉਸ ਪਰਮਾਤਮਾ ਦੀ ਨਜ਼ਰ ਵਿੱਚ ਆਉਂਦਾ ਹੈ, ਉਹਦੀ ਰਹਿਮਤ ਵਿੱਚ ਆਉਂਦਾ ਹੈ, ਫਿਰ ਉਹ ਅਕਾਲ ਪੁਰਖ ਪਰਮਾਤਮਾ ਤੇ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ। ਕੈਸੀ ਕਿਰਪਾ ਕਰਦਾ ਹੈ ਕਿ ਇਸ ਨੂੰ ਉਹ ਅਕਾਲ ਪੁਰਖ ਪਰਮਾਤਮਾ ਮਨੁੱਖ ਦੇ ਸਰੀਰ ਵਿੱਚ ਭੇਜਦਾ ਹੈ। ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਪਰਮਾਤਮਾ ਨੇ ਕਿਰਪਾ ਕੀਤੀ, ਇਸ ਮਨ ਨੂੰ ਮਨੁੱਖ ਦਾ ਸਰੀਰ ਬਖਸ਼ਿਸ਼ ਵਿੱਚ ਦਿੱਤਾ। ਔਰ ਇਹ ਸਰੀਰ ਜਿਹੜਾ ਦਿੱਤਾ ਹੈ, ਇਹ ਜਨਮ ਜਿਹੜਾ ਦਿੱਤਾ ਹੈ, ਇਹ ਮਨ ਵਿਚਾਰਾ ਪਿਛਲੀਆਂ ਜਨਮਾਂ ਤੋਂ ਤੁਰਿਆ ਹੋਇਆ, ਜੁਗਾਂ ਜੁਗਾਂ ਤੋਂ ਤੁਰਿਆ ਹੋਇਆ। ਕਦੀ ਦੇਖਣਾ ਕੋਈ ਵੀ ਪ੍ਰਾਣੀ ਆਪਣੇ ਘਰੋਂ ਕੁਝ ਸਮੇਂ ਲਈ, ਦੇਰ ਲਈ ਬਾਹਰ ਰਹਿ ਲਵੇ। ਜਦੋਂ ਉਹ ਬਾਹਰ ਰਹਿ ਲਵੇ ਤੇ ਹੁੰਦਾ ਕੀ ਹੈ, ਉਹਦਾ ਪਰਿਵਾਰ ਨਾਲੋਂ, ਘਰਦਿਆਂ ਨਾਲੋਂ ਨਾਤਾ ਟੁੱਟ ਜਾਂਦਾ ਹੈ ਤੇ ਕਾਫੀ ਦੇਰ ਬਾਹਰ ਰਹਿਣ ਨਾਲ ਉਹ ਘਰਦਿਆਂ ਦੀ ਯਾਦ ਵਿੱਚੋਂ ਖੁੰਝ ਜਾਂਦਾ ਹੈ ਤੇ ਜਿਸ ਨਵੇਂ ਨਾਲ ਨਾਤਾ ਜੁੜਦਾ ਉਹਦੇ ਨਾਲੋਂ ਜੁੜ ਜਾਂਦਾ। ਇੱਦਾਂ ਹੀ ਇਹ ਮਨ ਕਾਫੀ ਸਮੇਂ ਤੋਂ ਘਰੋਂ ਆਇਆ ਹੋਇਆ, ਇਹਦਾ ਸੰਸਾਰ ਨਾਲ ਤੇ ਨਾਤਾ ਜੁੜ ਗਿਆ, ਪਰ ਇਹਦਾ ਨਿਰੰਕਾਰ ਨਾਲ ਨਾਤਾ ਜਿਹੜਾ ਨਾ ਟੁੱਟ ਗਿਆ। ਜਦੋਂ ਇਹ ਮਨੁੱਖ ਸਰੀਰ ਵਿੱਚ ਪਹੁੰਚਿਆ ਤਾਂ ਉਸ ਅਕਾਲ ਪੁਰਖ ਪਰਮਾਤਮਾ ਨੇ ਅਵਤਾਰੀ ਪੁਰਖ ਗੁਰੂ ਦਾ ਰੂਪ ਧਾਰਨ ਕਰਕੇ ਇਸ ਮਨ ਨੂੰ ਸਮਝਾਉਣਾ ਕੀਤਾ, ਯਾਦ ਦਿਵਾਉਣਾ ਕੀਤਾ ਕਿ ਮਨਾ, ਤੇਰਾ ਇੱਥੇ ਸਦਾ ਲਈ ਵਸੇਬਾ ਨਹੀਂ ਹੈ, ਤੇਰਾ ਇੱਥੇ ਸੰਸਾਰ ਤੇ ਕੋਈ ਨਾਤਾ ਨਹੀਂ ਹੈ। ਜਿਹੜਾ ਤੂੰ ਨਾਤਾ ਜੋੜ ਕੇ ਬੈਠਾ ਹੈ ਝੂਠਾ ਹੈ, ਤੇਰਾ ਅਸਲੀ ਨਾਤਾ ਮੇਰੇ ਨਾਲ ਹੈ। ਆਪ ਜੀ ਵਿਚਾਰ ਕਰਨਾ, ਭਗਤ ਕਬੀਰ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਵੀ ਇਹ ਗੱਲ ਸੱਚ ਆ। ਇਹ ਮਨ ਇੱਥੇ ਨਾ ਆ ਕੇ ਸੰਸਾਰ ਦੇ ਉੱਤੇ ਉਸ ਪਰਮਾਤਮਾ ਨੂੰ ਭੁੱਲਿਆ। ਉਹਦਾ ਕਾਰਨ ਕੀ ਸੀ ਭੁੱਲਣ ਦਾ? ਕਾਰਨ ਦੱਸਿਆ ਉਹਨਾਂ ਨੇ। ਕਬੀਰ ਸਾਹਿਬਾਨ ਕਹਿਣ ਲੱਗੇ, ਸਗਲ ਮਾਂ ਨਕਟੀ ਕਾ ਵਾਸਾ, ਸਗਲ ਮਾਰ ਔਹੇਰੀ। ਵਿਚਾਰ ਕਰਨਾ, 476 ਅੱਗ ਦੇ ਕਬੀਰ ਸਾਹਿਬਾਨ ਦਰਜ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕੀ ਫਰਮਾਉਂਦੇ ਆ? ਕਹਿੰਦੇ ਸਗਲ ਮਾਂ ਨਕਟੀ ਕਾ ਵਾਸਾ। ਸਗਲ ਦਾ ਭਾਵ ਸਾਰਿਆਂ ਦੇ ਅੰਦਰ, ਨਕਟੀ ਕਹਿੰਦੇ ਨੇ ਨਿਲੱਜ ਮਾਇਆ। ਮਾਇਆ ਨੂੰ ਨਕਟੀ ਕਹਿੰਦੇ ਕਬੀਰ ਸਾਹਿਬਾਨ। ਕਹਿੰਦੇ ਸਗਲ ਮਾਂ ਨਕਟੀ ਕਾ ਵਾਸਾ, ਕਹਿੰਦੇ ਸਾਰੇ ਸੰਸਾਰ ਦੇ ਅੰਦਰ ਹੀ ਇਸ ਮਾਇਆ ਦਾ ਵਾਸਾ ਹੈ। ਵਾਸਾ ਦਾ ਭਾਵ ਕੀ ਹੈ ਕਿ ਸਾਰੇ ਸੰਸਾਰ ਉੱਤੇ ਜਿਹੜੀ ਮਾਇਆ ਹੈ ਨਾ, ਇਹ ਆਪਣਾ ਪ੍ਰਭਾਵ ਪਾ ਕੇ ਰੱਖਦੀ ਹੈ, ਆਪਣਾ ਜ਼ੋਰ ਪਾ ਕੇ ਰੱਖਦੀ ਹੈ। ਠੀਕ ਹੈ, ਇਸ ਮਾਇਆ ਦੇ ਕਰਕੇ ਹੀ ਇਹ ਮਨ ਜਿਹੜਾ ਹੈ ਆਪਣੇ ਅਸਲੀ ਸੰਬੰਧ ਨੂੰ, ਅਸਲੀ ਨਾਤੇ ਨੂੰ, ਅਸਲੀ ਪਰਿਵਾਰ ਨੂੰ ਭੁੱਲ ਕੇ ਬੈਠਾ ਹੈ। ਤੇ ਕਹਿਣ ਲੱਗੇ, ਕਹਿੰਦੇ ਸਗਲ ਮਾਂ ਨਕਟੀ ਕਾ ਵਾਸਾ। ਕਹਿੰਦੇ ਸਾਰਿਆਂ ਦੇ ਅੰਦਰ ਹੀ ਇਸ ਮਾਇਆ ਦਾ ਵਾਸਾ ਹੈ, ਸਾਰਿਆਂ ਉੱਤੇ ਹੀ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ। ਸਾਰੀ ਸ੍ਰਿਸ਼ਟੀ ਇਸ ਮਾਇਆ ਦੇ ਅਧੀਨ ਹੈ। ਕਹਿੰਦੇ ਸਗਲ ਮਾਰ ਔਹਰੀ, ਕਹਿੰਦੇ ਸਾਰਿਆਂ ਨੂੰ ਮਾਰ ਕੇ। ਔਹੇਰੀ ਦਾ ਮਤਲਬ ਕਹਿੰਦੇ ਤੱਕਦੀ ਹੈ, ਤੱਕਣਾ ਕਹਿੰਦੇ। ਔਹੇਰੀ ਦਾ ਆਪਾਂ ਤੱਕਣਾ। ਕੀ ਕਰਦੀ ਜਿਹੜੀ ਮਾਇਆ ਨਾ, ਸਾਰਿਆਂ ਦੇ ਉੱਤੇ ਪ੍ਰਭਾਵ ਪਾ ਕੇ ਤੇ ਫਿਰ ਉਹਨਾਂ ਨੂੰ ਮਾਰ ਕੇ ਦਾ ਭਾਵ ਕੀ ਹੈ ਕਿ ਉਸ ਪਰਮਾਤਮਾ ਤੋਂ ਦੂਰ ਕਰਕੇ, ਉਸੇ ਅਸਲੀ ਹੋਣ ਤੋਂ ਇਹਨੂੰ, ਮਨ ਨੂੰ ਦੂਰ ਕਰਕੇ ਤੇ ਤੱਕਦੀ ਹੈ। ਕੀ ਤੱਕਦੀ ਹੈ? ਕਿ ਕੋਈ ਮਨ, ਕੋਈ ਪ੍ਰਾਣੀ ਮੇਰੀ ਮਾਰ ਤੋਂ ਬਚਦੇ ਨਹੀਂ ਗਿਆ। ਇਹ ਗੱਲ ਸੱਚ ਜੀ। ਕਦੀ ਦੇਖਣਾ, ਜਿੱਡਾ ਮਰਜ਼ੀ ਬੰਦਾ ਹੋਵੇ, ਮਾਇਆ ਦੀ ਮਾਰ ਥੱਲੇ ਹੁੰਦਾ ਹੈ।
ਹੁਣ ਆਪਾਂ ਵਿਚਾਰ ਕਰਨੀ ਹੈ ਵੀ ਇੱਥੇ ਕਬੀਰ ਸਾਹਿਬਾਂ ਨੇ ਕਹਿਤਾ ਸਗਲ ਮਨ ਨਿਕਟੀ ਕਾ ਵਸਾ, ਕਿ ਸਾਰੀ ਸ੍ਰਿਸ਼ਟੀ ਦੇ ਅੰਦਰ ਹੀ, ਸਾਰੇ ਸੰਸਾਰ ਦੇ ਅੰਦਰ ਹੀ ਮਾਇਆ ਦਾ ਪ੍ਰਭਾਵ ਹੈ। ਕਿਹੜੀ ਮਾਇਆ ਦਾ ਪ੍ਰਭਾਵ ਹੈ? ਕਦੀ ਗੌਰ ਕੀਤੀ ਆਪਾਂ ਭਲਾ ਮਾਇਆ ਕਿਹਨੂੰ ਕਹਿੰਦੇ? ਆਪਾਂ ਕਹਿੰਦੇ ਨਾ ਜੀ ਮਾਇਆ ਨਾਸ਼ਵਾਨ ਚੀਜ਼ ਨੂੰ ਕਹਿੰਦੇ ਆ, ਠੀਕ ਹੈ। ਮਾਇਆ ਦਾ ਭਾਵ ਕੀ ਹੈ? ਉਹ ਨਾਤਾ ਜਿਹੜਾ ਵਕਤੀ ਹੈ। ਵਕਤੀ ਦਾ ਭਾਵ ਕੀ? ਕੁਝ ਸਮੇਂ ਲਈ ਜਿਹੜਾ ਨਾਤਾ ਜੁੜਿਆ ਹੈ ਤੇ ਆਖਰ ਨੂੰ ਟੁੱਟ ਜਾਣਾ, ਸਦਾ ਨਿਭਣ ਵਾਲਾ ਨਹੀਂ ਹੈ। ਉਸ ਨਾਤੇ ਦਾ ਨਾਮ ਮਾਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਨਾਨਕ ਇਸ ਮਾਇਆ ਨੂੰ ਕਲੀਅਰ ਕਰਦੇ ਵੀ ਇਹ ਕੀ ਹੈ। 921 ਅੰਗ ਦੇ ਉੱਤੇ ਪੜ੍ਹਨਾ ਜਰਾ। ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿਣ ਲੱਗੇ? ਬਾਦਸ਼ਾਹ ਕਹਿਣ ਲੱਗੇ, ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ। ਦੇਖੋ, ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਦੇਖੋ, ਇਹ ਮਾਇਆ ਜਿਤ ਹਰ ਵਿਸਰੇ, ਕਹਿੰਦੇ ਅਸਲ 'ਚ ਮਾਇਆ ਆ ਜੇ, ਕਹਿੰਦਾ ਭਾਵ ਉਹ ਕੰਮ, ਉਹ ਵਿਚਾਰ, ਉਹ ਮਾਹੌਲ, ਉਹ ਸਮਾਂ ਜਿਹਦੇ ਵਿੱਚ ਤੁਹਾਨੂੰ ਪਰਮਾਤਮਾ ਭੁੱਲ ਜਾਵੇ, ਕਹਿੰਦੇ ਨੂੰ ਮਾਇਆ ਕਹਿੰਦੇ ਆ। ਇਹ ਮਾਇਆ ਜਿਤ ਹਰ ਵਿਸਰੇ। ਹੁਣ ਧਿਆਨ ਦੇਣਾ, ਹੁਣ ਕਈ ਲੋਕ ਇੱਦਾਂ ਦੇ ਕਹਿਣਗੇ ਵੀ ਨਹੀਂ ਅਸੀਂ ਤੇ ਮਾਇਆ ਦੇ ਹੇਠਾਂ ਨਹੀਂ ਹੈਗੇ, ਸਾਨੂੰ ਤਾਂ ਕੋਈ ਚਿੰਤਾ ਨਹੀਂ ਹੈਗੀ ਮਾਇਆ ਦੀ। ਉਹ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ। ਹੁਣ ਮਾਇਆ ਕੀ ਹੈ? ਜੇ ਤੁਹਾਨੂੰ ਘਰ ਰਹਿੰਦਿਆਂ ਆਪਣੇ ਪਰਿਵਾਰ ਨਾਲ ਇੰਨਾ ਕੁ ਪਿਆਰ ਪੈ ਗਿਆ ਕਿ ਤੁਸੀਂ ਪਰਮਾਤਮਾ ਭੁੱਲ ਗਏ ਹੋ, ਤੇ ਪਰਿਵਾਰ ਤੁਹਾਡੇ ਲਈ ਮਾਇਆ ਬਣ ਗਈ, ਤੇ ਪਰਿਵਾਰ ਤੁਹਾਡੇ ਲਈ ਮਾਇਆ ਬਣ ਗਈ। ਕੋਈ ਇਹ ਮਾਇਆ ਜਿਤ ਹਰ ਵਿਸਰੇ, ਇਹ ਮਾਇਆ ਬਣ ਗਈ। ਤੁਸੀਂ ਕੋਈ ਕੰਮ ਕਰਦੇ ਹੋ, ਬਿਜ਼ਨਸ ਕਰਦੇ ਹੋ, ਨੌਕਰੀ ਕਰਦੇ ਹੋ, ਕੁਝ ਵੀ ਕਰਦੇ ਹੋ, ਤੁਸੀਂ ਕੋਈ ਕੰਮ ਕਰਦੇ ਹੋ, ਐਸਾ ਕੰਮ ਕਰਦੇ ਹੋ ਵੀ ਉਹ ਕੰਮ ਕਰਦਿਆਂ ਤੁਹਾਨੂੰ ਕਦੀ ਪਰਮਾਤਮਾ ਦੀ ਯਾਦ ਨਹੀਂ ਆਈ, ਇਹ ਮਾਇਆ ਹੈ। ਕੋਈ ਐਸਾ ਮਾਹੌਲ, ਕੋਈ ਐਸੀ ਵਿਚਾਰ ਤੁਹਾਡੇ ਅੰਦਰ ਪੈਦਾ ਹੁੰਦੀ ਹੈ। ਹੁਣ ਤੁਸੀਂ ਕਿਸੇ ਮਾਹੌਲ ਵਿੱਚ ਰਹਿੰਦੇ ਹੋ, ਠੀਕ ਹੈ, ਜਿਵੇਂ ਆਪਾਂ ਕਹਿ ਲਈਏ ਬਈ ਕੋਈ ਇਨਸਾਨ ਕੋਈ ਧੰਦਾ ਕਰਦਾ ਇੱਦਾਂ ਦਾ, ਕੋਈ ਬਿਜ਼ਨਸ ਕਰਦਾ ਇੱਦਾਂ ਦਾ, ਉਹਦਾ ਮਾਹੌਲ ਹੀ ਇੱਦਾਂ ਦਾ ਹੈ ਨਾ। ਕਈ ਲੋਕ ਕਹਿੰਦੇ ਨੇ ਜੀ ਦੇਖੋ ਜੀ ਅਸੀਂ ਤਾਂ ਜੀ ਕਸਾਈ ਹਾਂ, ਬੱਕਰੇ ਵੱਢਣੇ ਹੁੰਦੇ ਨੇ। ਕਈ ਲੋਕ ਕਹਿੰਦੇ ਜੀ ਸਾਡੇ ਜਿਹੜੇ ਠੇਕੇ ਨੇ ਜਿਹਦੇ ਸ਼ਰਾਬ ਵੇਚਣੀ ਹੁੰਦੀ। ਗੁਰੂ ਜੀ ਕਹਿੰਦੇ ਜਿਸ ਮਾਹੌਲ ਦੇ ਵਿੱਚ ਤੈਨੂੰ ਪਰਮਾਤਮਾ ਭੁੱਲ ਜਾਏ, ਮਾਇਆ, ਮਾਇਆ। ਕਹਿੰਦੇ ਕਿੱਦਾਂ? ਕਹਿੰਦੇ ਧਿਆਨ ਦੇ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ। ਧਿਆਨ ਦਿਓ, ਮੋਹ ਕੀ ਹੈ? ਸਰੀਰਕ ਖਿੱਚ। ਮੋਹ ਦਾ ਭਾਵ ਮੇਰਾ ਤੇ ਪ੍ਰੇਮ ਦਾ ਭਾਵ ਤੇਰਾ। ਮੋਹ ਕਿੱਥੇ ਖੜਾ ਹੈ? ਮੋਹ ਮੇਰੇ ਤੇ ਖੜਾ ਹੈ। ਇਹ ਚੀਜ਼ ਮੇਰੀ ਹੈ, ਮੋਹ ਹੈ। ਇਹ ਚੀਜ਼ ਤੇਰੀ ਹੈ ਪਰ ਮੈਨੂੰ ਚੰਗੀ ਲੱਗੀ ਹੈ, ਇਹ ਪ੍ਰੇਮ ਹੈ। ਕਹਿੰਦੇ ਮੋਹ ਉਪਜੇ। ਹੁਣ ਧਿਆਨ ਦਿਓ, ਪਰਿਵਾਰ ਵਿੱਚ ਰਹਿੰਦਿਆਂ ਇਹ ਮੇਰਾ ਪਰਿਵਾਰ ਆ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਘਰ ਵਾਲੀ ਹੈ, ਮੇਰਾ ਘਰ ਵਾਲਾ ਹੈ, ਮੇਰਾ ਮਾਂ ਬਾਪ ਆ, ਇਹ ਮੇਰਾ ਧੀ ਹੈ, ਮੇਰੇ ਪੁੱਤਰ ਆ। ਤੇ ਗੁਰੂ ਜੀ ਕਹਿਣ ਲੱਗੇ ਵੀ ਇਹਨਾਂ ਦੇ ਵਿੱਚ ਫਸਿਆਂ ਅੰਦਰ ਮੋਹ ਪੈਦਾ ਹੁੰਦਾ। ਕਹਿੰਦਾ ਭਾਵ ਮੇਰਾਪਨ ਪੈਦਾ ਹੁੰਦਾ। ਭਾਵੋ ਦੂਜਾ ਲਾਇਆ, ਠੀਕ ਹੈ। ਦੂਜਾ ਕੀ ਹੈ? ਸੰਸਾਰ। ਕਹਿੰਦੇ ਉਸ ਪਰਮਾਤਮਾ ਦੇ ਵਿੱਚੋਂ ਹਟ ਕੇ ਇਹਨੂੰ ਸੰਸਾਰ ਦੀ ਖਿੱਚ ਲੱਗੀ, ਦੂਜੇ ਪਾਸੇ ਦੀ ਖਿੱਚ ਲੱਗੀ ਹੈ। ਕਹਿੰਦੇ ਮਾਇਆ, ਇਹ ਮਾਇਆ। ਹੁਣ ਵਿਚਾਰ ਕਰਨਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਇਹ ਮਾਇਆ ਓਨਾ ਚਿਰ ਹੀ ਹੈ ਜਿੰਨਾ ਚਿਰ ਤੈਨੂੰ ਇਹਦੇ ਵਿੱਚ ਰਹਿੰਦੇ ਰੱਬ ਭੁੱਲਾ। ਅੱਗੇ ਉਹਨਾਂ ਨੇ ਬੜੇ ਪਿਆਰ ਵਾਲੀ ਗੱਲ ਕਹਿ ਦਿੱਤੀ, ਕਹਿੰਦੇ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚ ਮਾਇਆ ਪਾਇਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਮਾਇਆ ਹੈ, ਪਰਿਵਾਰ ਮਾਇਆ ਹੈ। ਕਹਿੰਦੇ ਉਹਨਾਂ ਲਈ ਮਾਇਆ ਹੈ
ਜਿਨ੍ਹਾਂ ਨੂੰ ਇਸ ਮਾਇਆ, ਇਸ ਪਰਿਵਾਰ 'ਚ ਰਹਿੰਦਿਆਂ ਰਹਿੰਦਿਆਂ ਪਰਮਾਤਮਾ ਭੁੱਲ ਗਿਆ, ਉਹਨਾਂ ਲਈ ਇਹ ਮਾਇਆ ਹੈ। ਪਰ ਜਿਨ੍ਹਾਂ ਨੂੰ ਇਸ ਪਰਿਵਾਰ 'ਚ ਰਹਿੰਦਿਆਂ ਰਹਿੰਦਿਆਂ ਵੀ ਨਿਰੰਕਾਰ ਚੇਤੇ ਆ ਜਾਵੇ, ਕਹਿੰਦੇ ਉਹਨਾਂ ਲਈ ਇਹ ਪਰਿਵਾਰ ਮਾਇਆ ਨਹੀਂ ਹੁੰਦੀ। ਜਿਨ੍ਹਾਂ ਲਈ ਕੋਈ ਕੰਮ ਕਰਦਿਆਂ, ਧੰਦਾ ਕਰਦਿਆਂ ਪਰਮਾਤਮਾ ਚੇਤੇ ਆ ਜਾਵੇ, ਕਹਿੰਦੇ ਉਹਨਾਂ ਲਈ ਇਹ ਕੰਮ ਕਰ ਮਾਇਆ ਨਹੀਂ ਹੁੰਦੀ। ਦੱਸੋ, ਕਹਿੰਦਾ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਬੋਲ ਦੀ ਸਮਝ ਆ ਗਈ, ਗੁਰੂ ਦੀ ਕਿਰਪਾ ਹੋ ਗਈ, ਔਰ ਇਸ ਸੰਸਾਰ 'ਚ ਪਰਿਵਾਰ ਦੇ ਵਿੱਚ ਰਹਿੰਦੇ ਆ, ਕੰਮ ਕਰਦੇ ਆ, ਔਰ ਜਿਹੋ ਜਿਹਾ ਮਰਜ਼ੀ ਮਾਹੌਲ ਹੋਵੇ, ਉਸ ਮਾਹੌਲ ਵਿੱਚ ਰਹਿੰਦੇ ਆ ਅੰਦਰ ਵਿਚਾਰ ਪੈਦਾ ਹੋ ਜਾਵੇ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਕਹਿੰਦੇ ਉਹਨਾਂ ਲਈ ਇਹ ਮਾਇਆ ਨਹੀਂ ਹੈ, ਉਹਨਾਂ ਲਈ ਇਹ ਸੰਸਾਰ ਮਾਇਆ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਧਿਆਨ ਦੇ, ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ ਨਾਮਾ ਕਹੇ ਤਰਲੋਚਨਾ, ਨਾਮ ਜੀ ਕਹਿੰਦੇ ਵੀ ਤਰਲੋਚਨ ਮੇਰੀ ਗੱਲ ਸੁਣ, ਮੁਖ ਤੇ ਰਾਮ ਸਮਾਲ। ਮੁਖ ਤੇ, ਮੂੰਹ ਤੇ ਨਹੀਂ, ਮੁਖ ਮਨ ਨੂੰ ਕਹਿੰਦੇ ਆ, ਆਤਮਾ ਨੂੰ ਕਹਿੰਦੇ ਆ। ਕਹਿੰਦੇ ਆਪਣੇ ਆਤਮਾ ਦੇ ਅੰਦਰ, ਆਪਣੇ ਮਨ ਦੇ ਅੰਦਰ ਇਸ ਰਾਮ ਨੂੰ, ਇਸ ਸ਼ਬਦ ਨੂੰ, ਇਸ ਆਤਮਾ ਅੰਦਰ ਉਸ ਪ੍ਰਕਾਸ਼ ਨੂੰ ਸੰਭਾਲ ਲੈ। ਕਹਿੰਦਾ ਭਾਵ ਸੰਭਾਲ ਲੈ, ਰੱਖ ਲੈ। ਮੁਖ ਤੇ ਰਾਮ ਸੰਭਾਲ ਦਾ ਭਾਵ ਸੰਭਾਲ ਲੈ, ਰੱਖ ਲੈ, ਟਿਕਾ ਲੈ। ਹੁਣ ਆਪਾਂ ਕੀ ਕਹਿੰਦੇ, ਘਰ ਵਿੱਚ ਆਪਾਂ ਕੋਈ ਮਹਿੰਗੀ ਚੀਜ਼ ਲੈ ਕੇ ਆਉਂਦੇ ਤਾਂ ਆਪਾਂ ਘਰ ਵਾਲੀ ਨੂੰ ਕਹਿੰਦੇ ਹਾਂ, ਬੱਚੇ ਨੂੰ ਕਹਿੰਦੇ ਆ ਪੁੱਤ ਸੰਭਾਲ ਲਓ, ਇਹਦੇ ਮਨ ਨੂੰ ਐਸੀ ਥਾਂ ਤੇ ਰੱਖੋ ਕਿ ਜਿੱਥੇ ਗਵਾਚ ਨਾ ਜਾਏ, ਜਿੱਥੇ ਤੁਹਾਨੂੰ ਪਤਾ ਨਾ ਹੋਵੇ ਕਿ ਮੈਂ ਰੱਖੀ ਹੈ, ਉਹਨੂੰ ਸੰਭਾਲਣਾ ਕਹਿੰਦੇ। ਤੇ ਇੱਥੇ ਫਿਰ ਕਹਿੰਦੇ ਨੇ ਕਿ ਮੁਖ ਤੇ ਰਾਮ ਸੰਭਾਲ ਕੇ ਆਪਣੇ ਮਨ ਵਿੱਚ ਇਸ ਮਨ ਸ਼ਬਦ ਨੂੰ, ਇਸ ਪ੍ਰਕਾਸ਼ ਨੂੰ ਸੰਭਾਲ ਕੇ ਰੱਖ ਲਓ। ਇਹਦਾ ਮਤਲਬ, ਸੰਭਾਲਣ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇ ਚੀਜ਼ ਰੱਖੀ ਕਿੱਥੇ ਹੈ, ਯਾਦ ਰਹਿਣਾ। ਹੁਣ ਤੁਸੀਂ ਕਿਸੇ ਨੂੰ ਘਰ 'ਚ ਚੀਜ਼ ਫੜਾ ਦਿਓ, ਸਾਂਭ ਲਓ, ਮੁੜ ਕੇ ਲੱਭੇ ਹੀ ਨਾ, ਕੀ ਮਜ਼ਾਕ ਕਰਦੇ ਆਪਾਂ, ਜ਼ਿਆਦਾ ਹੀ ਸਾਂਭਤੀ ਤੁਸੀਂ ਤੇ। ਇਹਦਾ ਮਤਲਬ ਤੁਹਾਨੂੰ ਫੜਾਉਣ ਦਾ ਮਕਸਦ ਇਹ ਸੀ ਵੀ ਤੁਹਾਨੂੰ ਯਾਦ ਰਵੇ ਵੀ ਚੀਜ਼ ਕਿੱਥੇ ਰੱਖੀ ਹੈ, ਨਹੀਂ ਤਾਂ ਮੈਂ ਵੀ ਰੱਖ ਦਿੰਦਾ ਕਿਤੇ ਵੀ। ਉਹਨੂੰ ਸੰਭਾਲ ਕਹਿੰਦੇ ਆ। ਕਹਿੰਦੇ ਹੱਥ ਪਾਉ ਕਰ ਕਾਮ ਸਭ, ਕਹਿੰਦੇ ਏਡੀ ਕੋਈ ਗੱਲ ਨਹੀਂ, ਇਹਨਾਂ ਹੱਥਾਂ ਦੇ ਨਾਲ ਪੈਰਾਂ ਨਾਲ ਕੰਮ ਕਰ। ਕਹਿੰਦਾ ਭਾਵ ਵੀ ਇਹ ਕੰਮ, ਇਹ ਮਾਇਆ ਤੇਰੇ ਤੇ ਜ਼ੋਰ ਨਹੀਂ ਪਾ ਸਕਦੀ, ਜਿਨ੍ਹਾਂ ਨੇ ਮਨ ਵਿੱਚ ਸ਼ਬਦ ਨੂੰ ਸੰਭਾਲਿਆ, ਜਿਨ੍ਹਾਂ ਟਿਕਾਇਆ, ਉਹਨਾਂ ਤੇ ਨਹੀਂ ਜ਼ੋਰ ਪਾ ਸਕਦੀ ਹੈ। ਚਿੱਤ ਨਿਰੰਜਨ ਨਾਲ, ਕਹਿੰਦੇ ਉਹਨਾਂ ਨੇ ਆਪਣਾ ਚਿੱਤ, ਆਪਣੇ ਅੰਦਰ ਦੀ ਖਿੱਚ, ਅੰਦਰ ਦੀ ਤੰਗ ਜਿਹੜੀ ਆ, ਉਹ ਪਰਮਾਤਮਾ ਨਾਲ ਜੋੜ ਕੇ ਰੱਖੀ ਹੈ। ਇਹਦਾ ਮਤਲਬ ਜਿਹਨੂੰ ਚੀਜ਼ ਫੜਾਈ ਸੀ ਸਾਂਭ ਕੇ ਰੱਖ ਲਾ, ਉਹਨੂੰ ਪਤਾ ਕਿੱਥੇ ਰੱਖੀ ਹੈ, ਉਹਨੂੰ ਯਾਦ ਹੈ। ਇੱਥੇ ਫਿਰ ਗੁਰੂ ਜੀ ਕਹਿੰਦੇ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ। ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗ ਗਈ ਹੈ, ਜਿਨ੍ਹਾਂ ਨੂੰ ਇਸ ਸੁੱਤ ਸ਼ਬਦ ਦਾ ਮਿਲਾਪ ਕਰਨਾ ਆ ਗਿਆ, ਕਹਿੰਦੇ ਤਿੰਨੀ ਵਿੱਚੇ ਮਾਇਆ ਪਾਇਆ। ਕਹਿੰਦੇ ਉਹ ਇਸ ਸੰਸਾਰ ਵਿੱਚ, ਪਰਿਵਾਰ ਵਿੱਚ ਕੰਮ ਕਰਦੇ ਆ, ਔਰ ਜਿਹੋ ਜਿਹਾ ਮਰਜ਼ੀ ਮਾਹੌਲ ਹੋਵੇ ਉਹਦੇ 'ਚ ਰਹਿੰਦੇ ਆ, ਉਹ ਉਸ ਪਰਮਾਤਮਾ ਦੀ ਪ੍ਰਾਪਤੀ ਕਰਦੇ ਆ। ਕਹਿੰਦੇ ਕੋਈ ਟੈਨਸ਼ਨ ਨਹੀਂ ਹੈਗੀ। ਹੁਣ ਧਿਆਨ ਦੇਣਾ ਆਪ ਜੀ ਨੇ, ਹੁਣ ਗੁਰਬਾਣੀ ਪੜ੍ਹਦਾ ਬੰਦਾ, ਗੁਰੂ ਘਰ ਜਾਂਦਾ ਹੈ, ਸੇਵਾ ਕਰਦਾ ਹੈ, ਬਹੁਤ ਕੁਝ ਕਰਦਾ, ਠੀਕ ਹੈ। ਚਾਰ ਬਿਰਤੀਆਂ ਨੇ, ਕਿਹੜੀਆਂ? ਇੱਕ ਜਗਿਆਸੂ, ਇੱਕ ਸਾਧੂ, ਇੱਕ ਸੰਤ, ਔਰ ਇੱਕ ਸੰਸਾਰੀ। ਚਾਰ ਬਿਰਤੀਆਂ ਨੇ। ਜਗਿਆਸੂ ਕੌਣ ਹੈ? ਜਗਿਆਸੂ ਕੌਣ ਹੈ? ਕਹਿੰਦਾ ਗੁਰੂ ਘਰ ਜਾਂਦਾ ਰਿਹਾ, ਸੇਵਾ ਕਰਦਾ ਰਿਹਾ, ਪਾਠ ਕਰਦਾ ਰਿਹਾ, ਕੀਰਤਨ ਸੁਣਦਾ ਰਿਹਾ, ਕਥਾ ਸੁਣਦਾ ਰਿਹਾ। ਇਹ ਸਭ ਕੁਝ ਕਰਦਿਆਂ ਇੱਕ ਦਿਨ ਮਨ ਵਿੱਚ ਇੱਕ ਲਾਲਸਾ ਪੈਦਾ ਹੋਈ ਕਿ ਪਰਮਾਤਮਾ ਨੂੰ ਮਿਲਣਾ। ਇਹ ਜਗਿਆਸੂ। ਸਾਰਾ ਕੁਝ ਕਰਦਿਆਂ ਮਨ 'ਚ ਲਾਲਸਾ ਪੈਦਾ ਹੋ ਗਈ, ਪਰਮਾਤਮਾ ਨੂੰ ਮਿਲਣਾ ਹੈ। ਇਹ ਜਗਿਆਸੂ। ਇਹਦਾ ਮਤਲਬ ਇਹ 'ਚ ਜਾਗਰੂਕਤੀ ਆ ਗਈ, ਜਾਗ ਗਿਆ। ਸੁੱਤਾ ਬੰਦਾ ਕਦੀ ਨਹੀਂ ਕਹਿੰਦਾ ਮੈਂ ਜਾਣਾ ਹੈ ਕਿਤੇ, ਕਿਸੇ ਨੂੰ ਮਿਲਣਾ ਹੈ। ਜਦੋਂ ਸੁੱਤਾ ਉੱਠਦਾ ਹੈ, ਜਾਗਦਾ ਹੈ, ਉਦੋਂ ਕਹਿੰਦਾ ਯਾਰ ਮੈਂ ਤਾਂ ਕਿਸੇ ਨੂੰ ਮਿਲਣਾ। ਇਹਦਾ ਮਤਲਬ ਜਦੋਂ ਕਵੇ ਮੈਂ ਮਿਲਣਾ ਹੈ, ਜਾਂ ਕੋਈ ਗੱਲ ਕਵੇ, ਕਿਸੇ ਦੀ ਗੱਲ ਕਰੇ, ਕੀ ਕਹਿੰਦਾ? ਜਾਗ ਗਿਆ।
ਪਰ ਸੁੱਤਾ ਘਰਾੜੇ ਮਾਰਨ ਡਿਆ ਕਿਸੇ ਦੀ ਗੱਲ ਨਾ ਕਰੇ ਕਿ ਕਈ ਤਾਂ ਸੁੱਤਾ ਹੈ। ਕਹਿੰਦੇ ਗੁਰਬਾਣੀ ਪੜ੍ਹਦੇ ਹਾਂ ਗੁਰੂ ਘਰ ਦੀ ਸੇਵਾ ਕਰਦੇ ਹਾਂ ਕੀਰਤਨ ਸੁਣਦੇ ਕਥਾ ਸੁਣਦੇ ਜੇ ਕਿਤੇ ਲਾਲਸਾ ਪੈਦਾ ਹੋ ਜਾਏ ਕਿ ਪਰਮਾਤਮਾ ਨੂੰ ਮਿਲਣਾ ਹੈ, ਇਹ ਜਗਿਆਸੂ ਹੈ, ਜੇ ਜਾਗਰੂਕਤੀ ਹੋ ਗਈ ਹੈ। ਤੇ ਜੇ ਸਭ ਕੁਝ ਕਰਕੇ ਕਦੀ ਮਨ ਵਿੱਚ ਨਹੀਂ ਆਇਆ ਚਾਹ ਕੇ ਪਰਮਾਤਮਾ ਨੂੰ ਮਿਲਣਾ, ਤੇ ਸੰਸਾਰੀ ਹੈ। ਜਿੰਨੇ ਮਰਜ਼ੀ ਪਾਠ ਕਰ ਲਵੇ, ਜਿੰਨੀ ਮਰਜ਼ੀ ਸੇਵਾ ਕਰ ਲਵੇ, ਸੰਸਾਰੀ ਹੈ। ਕਿਉਂਕਿ ਅਜੇ ਜਾਗਿਆ ਨਹੀਂ ਹੈ, ਇਹ ਸੰਸਾਰੀ ਹੈ। ਤੇ ਧਿਆਨ ਦੇਣਾ, ਜਿਹੜਾ ਜਾਗਦਾ ਜਿਹਦੇ ਅੰਦਰ ਜਾਗਰੂਕਤੀ ਆਈ, ਜਿਹੜਾ ਜਗਿਆਸੂ ਹੈ, ਉਹਦਾ ਜਗਿਆਸੂ ਹੈ ਨਾ, ਤੇ ਜਗਿਆਸੂ ਦਾ ਕੀ ਪਤਾ ਲੱਗਦਾ ਵੀ ਜਾਗਦਾ ਹੈ। ਜਾਗਣ ਵਾਲੇ ਦੇ ਅੰਦਰ ਦੇਖੋ, ਜਦੋਂ ਬੰਦਾ ਸੁੱਤਾ ਹੈ ਨਾ, ਉਹ ਲਾਪਰਵਾਹ ਹੁੰਦਾ, ਘਰਾੜੇ ਮਾਰਨ ਰਿਹਾ, ਕੋਈ ਚਿੱਤਾ ਨਹੀਂ, ਮਾਂ ਪਿਓ ਗੱਲਾਂ ਕਰਨ ਰਹੇ ਨੇ, ਦੱਸੇ ਸੁੱਤਾ ਪਿਆ ਆ, ਇਹਨੇ ਮਿਲਣ ਜਾਣਾ ਸੀ, ਉਹਨੂੰ ਅਜੇ ਤੱਕ ਉੱਠਿਆ ਹੀ ਨਹੀਂ। ਜਦੋਂ ਉੱਠਦਾ ਹੈ ਤਾਂ ਉਹਨੂੰ ਭੜਥੂ ਪੈ ਜਾਂਦਾ ਕਿ ਮੈਂ ਜਲਦੀ ਤਿਆਰ ਹੋਵਾਂ, ਮੈਂ ਫਲਾਣੇ ਨੂੰ ਮਿਲਣਾ ਸੀ। ਠੀਕ ਹੈ। ਜਿੱਦਣ ਗੁਰਬਾਣੀ ਪੜ੍ਹਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰੂ ਘਰ ਦੀ ਸੇਵਾ ਕਰਦੇ ਹਾਂ, ਤੁਹਾਡੇ ਮਨ ਵਿੱਚ ਇੱਕ ਵਿਚਾਰ ਪੈਦਾ ਹੋ ਗਿਆ। ਕਿਹੜਾ ਵਿਚਾਰ ਪੈਦਾ ਹੋ ਗਿਆ? ਕਿ ਮੈਂ ਪਰਮਾਤਮਾ ਨੂੰ ਮਿਲਣਾ ਹੈ। ਉਹ ਕਿਵੇਂ ਮਿਲਣਾ? ਜਿੱਦਣ ਤੁਹਾਡੇ ਮਨ ਵਿੱਚ ਵਿਚਾਰ ਪੈਦਾ ਹੋ ਗਿਆ ਕਿ ਮੇਰਾ ਮਨ ਟਿਕਦਾ ਹੀ ਨਹੀਂ, ਮੇਰਾ ਮਨ ਖਲੋਂਦਾ ਹੀ ਨਹੀਂ। ਇਹ ਜਗਿਆਸੂ ਦੇ ਅੰਦਰ ਪੈਦਾ ਹੁੰਦੇ ਸਵਾਲ, ਮੇਰਾ ਮਨ ਟਿਕਦਾ ਹੀ ਨਹੀਂ, ਮੇਰਾ ਮਨ ਖਲੋਂਦਾ ਹੀ ਨਹੀਂ, ਮੇਰਾ ਮਨ ਮੰਨਦਾ ਹੀ ਨਹੀਂ। ਇਹ ਜਗਿਆਸੂ ਅੰਦਰ ਸਵਾਲ ਪੈਦਾ ਹੁੰਦੇ ਆ, ਆਮ ਬੰਦੇ ਅੰਦਰ ਇਹ ਸਵਾਲ ਨਹੀਂ ਪੈਦਾ ਹੁੰਦੇ। ਇਹ ਗੱਲ ਬੱਲੇ ਬੰਨੋ, ਆਮ ਬੰਦੇ ਅੰਦਰ ਨਹੀਂ, ਸੰਸਾਰੀ ਅੰਦਰ ਇਹ ਸਵਾਲ ਕਦੀ ਨਹੀਂ ਪੈਦਾ ਹੁੰਦੇ। ਇਹ ਜਗਿਆਸੂ ਅੰਦਰ ਸਵਾਲ ਪੈਦਾ ਹੁੰਦੇ ਕਿ ਮੇਰਾ ਮਨ ਟਿਕਦਾ ਹੀ ਨਹੀਂ, ਮੇਰਾ ਮਨ ਖਲੋਂਦਾ ਹੀ ਨਹੀਂ, ਮੇਰਾ ਮਨ ਮੰਨਦਾ ਹੀ ਨਹੀਂ। ਹੁਣ ਧਿਆਨ ਦੇਖਿਓ, ਮਨ ਮੰਨਦਾ ਹੀ ਨਹੀਂ। ਕਿਉਂ ਨਹੀਂ ਮੰਨਦਾ ਬਈ? ਇਹ ਮੇਰਾ ਪੁੱਤਰ ਹੈ, ਮਨ ਨੂੰ ਕਹਿਣ ਦੀ ਲੋੜ ਪਈ ਪਹਿਲਾਂ? ਇਹ ਮੇਰਾ ਪੁੱਤਰ ਹੈ, ਮਨ ਮੰਨਦਾ ਹੈ ਮੇਰਾ ਪੁੱਤਰ ਹੈ। ਉਸ ਪੁੱਤਰ ਦੀ ਯਾਦ ਪੈਦਾ ਕਰਨ ਲਈ ਇਹਨੂੰ ਕਦੀ ਪਾਠ ਕਰਨਾ ਪਿਆ? ਉਸ ਪੁੱਤਰ ਦੀ ਯਾਦ ਪੈਦਾ ਕਰਨ ਲਈ ਇਹਨੂੰ ਕਦੀ ਕੋ ਉਪਦੇਸ਼ ਲੈਣਾ ਪਿਆ? ਉਸ ਪੁੱਤਰ ਦੀ ਯਾਦ ਪੈਦਾ ਕਰਨ ਲਈ ਕਦੀ ਚੌਂਕੜੇ ਮਾਰ ਕੇ ਰਾਤ ਸਾਰੀ ਜਗਣਾ ਪਿਆ ਇਹਨੂੰ? ਕਿਉਂਕਿ ਮਨ ਮੰਨਦਾ ਮੇਰਾ ਪੁੱਤਰ ਹੈ, ਮੰਨਦਾ ਹੈ ਮੇਰੀ ਘਰ ਵਾਲੀ ਹੈ, ਮੰਨਦੀ ਹੈ ਮੇਰਾ ਘਰ ਵਾਲਾ ਹੈ, ਲੋੜ ਹੀ ਨਹੀਂ ਪੈਂਦੀ ਯਾਦ ਕਰਨ ਦੀ। ਜੇ ਕੋਈ ਬੰਦਾ ਕਵੇ ਕਿ ਫਲਾਣਾ ਸੋ ਯਾਰ ਚੌਂਕੜਾ ਮਾਰ ਕੇ ਬੈਠਾ, ਕੀ ਗੱਲ ਹੋ ਗਈ? ਉਹ ਕਹਿੰਦਾ ਗੱਲ ਕੋਈ ਨਹੀਂ ਹੋਈ ਭਰਾਵਾ, ਇਹ ਅੱਜ ਕੱਲ੍ਹ ਨੌਕਰੀ ਕਰਨ ਦੂਰ ਆ ਗਿਆ, ਘਰ ਵਾਲੀ ਬੜੀ ਦੂਰੇ ਯਾਦ 'ਚ ਬੈਠਾ। ਕਿਹਾ ਕਦੀ ਕਿਸੇ ਨੇ ਅਜੇ ਤੱਕ? ਘਰ ਵਾਲੀ ਬੈਠੀ ਹੈ, ਜੇ ਉਹਨੂੰ ਬਹਿ ਲੈਂਦੇ ਹੁਣ 2 ਘੰਟੇ, ਕੀ ਗੱਲ ਹੋ ਗਈ? ਉਹਦਾ ਘਰ ਵਾਲਾ ਕਿਤੇ ਗਿਆ, ਉਹਦੀ ਯਾਦ 'ਚ ਬਹਿ ਜਾਵੇ ਘੜੀ ਚੌਂਕੜਾ ਮਾਰ ਕੇ, ਕਦੀ ਕਿਹਾ? ਕਦੀ। ਕਿਉਂ? ਕਿਉਂਕਿ ਉਹ ਮਨ ਮੰਨਦਾ ਹੈ ਕਿ ਮੇਰਾ ਨਾਤਾ ਹੈਗਾ ਹੈ ਘਰ ਵਾਲੀ ਨਾਲ, ਘਰ ਵਾਲੇ ਨਾਲ, ਮਾਂ ਨਾਲ, ਬਾਪ ਨਾਲ ਨਾਤਾ ਹੈਗਾ ਹੈ। ਉਹ ਨਾਤੇ ਹੋਣ ਕਰਕੇ ਮਨ ਮੰਨਦਾ ਹੈ, ਇਸ ਕਰਕੇ ਉਹਨੂੰ ਸਿਮਰਨ ਕਰਨ ਦੀ ਲੋੜ ਨਹੀਂ ਪਈ, ਚੌਂਕੜਾ ਮਾਰਨ ਦੀ ਲੋੜ ਨਹੀਂ ਪਈ। ਮੰਨਦਾ ਹੈ ਨਾ, ਮਨ ਮੰਨਦਾ ਹੈ। ਹੁਣ ਧਿਆਨ ਦੇਣਾ, ਮਨ ਮੰਨਦਾ ਹੈ ਕਿ ਇਹ ਮੇਰੇ ਨੇ, ਤੇ ਲੋੜ ਹੀ ਨਹੀਂ ਪਈ। ਹੁਣ ਜਿੰਨਾ ਚਿਰ ਲੋੜ ਨਹੀਂ ਪਈ, ਕਿਉਂਕਿ ਯਾਦ ਆਪਣੇ ਆਪ ਹੀ ਆਉਂਦੀ ਹੈ। ਕਦੀ ਵੀ ਦੇਖਿਓ, ਪੁੱਤਰ ਦੀ ਯਾਦ ਕਰਨ ਲਈ ਕੋਈ ਜੱਦੋਜਹਿਦ ਨਹੀਂ ਕਰਨੀ ਪੈਂਦੀ, ਕਿਉਂਕਿ ਮਨ ਮੰਨ ਚੁੱਕਾ ਮੇਰਾ ਪੁੱਤਰ ਹੈ, ਮੇਰਾ ਇਹਦੇ ਨਾਲ ਨਾਤਾ ਹੈ। ਹੁਣ ਆਪਾਂ ਵਿਚਾਰ ਕਰਨਾ ਜ਼ਰਾ ਕਿ ਇਹਨਾਂ ਦੀ ਯਾਦ ਕਰਨ ਦੀ ਕੋਈ ਤਾਕਤ ਨਹੀਂ ਲਾਉਣੀ ਪਈ, ਕੋਈ ਜ਼ੋਰ ਨਹੀਂ ਲਾਉਣਾ ਪਿਆ। ਕਿਹੜੀ ਗੱਲੋਂ? ਚੱਕਰ ਕੀ ਹੈ? ਇਹਨਾਂ ਦਾ ਨਾਤਾ ਮੰਨਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਕਿਹਾ, ਕਹਿੰਦੇ ਧਿਆਨ ਦਿਓ, ਕਹਿੰਦੇ ਕੀ? ਕਹਿੰਦੇ ਮਾਇਆ ਮੋਹ ਸਕਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਬਰਾਇਆ। ਕੀ ਕਹਿੰਦੇ ਨੇ? ਕਹਿੰਦੇ ਮਾਇਆ ਮੋਹ ਸਗਲ ਜਗ ਛਾਇਆ,
ਕਹਿੰਦਾ ਇਸ ਸੰਸਾਰ ਦਾ ਜਿਹੜਾ ਮੋਹ ਆ ਨਾ, ਸਾਰੇ ਜੱਗ ਦੇ ਅੰਦਰ ਉਹਦੀ ਛਾਂ ਆ, ਕਹਿੰਦਾ ਭਾਵ ਉਹਦਾ ਪ੍ਰਭਾਵ ਆ। ਕਾਮਣ ਦੇਖ ਕਾਮ ਲੁਭਾਇਆ, ਕਾਮਣ ਦਾ ਭਾਵ ਇਸਤਰੀ, ਇਸਤਰੀ ਦਾ ਭਾਵ ਅਗਿਆਨਤਾ। ਕਹਿੰਦਾ ਏਡੀ ਇਹਦੇ ਅੰਦਰ ਗਿਆਨਤਾ ਵੜ ਗਈ ਹੈ, ਕਾਮ ਲੁਭਾਇਆ, ਉਸ ਅਗਿਆਨਤਾ ਦੇ ਅਧੀਨ ਹੋਣ ਕਰਕੇ ਇਹਦੇ ਅੰਦਰ ਕਾਮਨਾ ਪੈਦਾ ਹੁੰਦੀ ਹੈ। ਅਗਿਆਨਤਾ ਦੇ ਅਧੀਨ ਹੋ ਕੇ ਨਾ ਬੰਦੇ 'ਚ ਕਾਮਨਾ ਬੜੀ ਪੈਦਾ ਹੁੰਦੀ, ਮੇਰਾ ਫਲਾਣਾ ਕੰਮ ਬਣ ਜਾਵੇ, ਟਮਕਾਣਾ ਕੰਮ ਬਣ ਜਾਵੇ, ਠੀਕ ਹੈ। ਕਹਿੰਦੇ ਸੁੱਤ ਕੰਚਨ ਸਿਉ ਹੇਤ ਵਧਾਇਆ, ਸੁੱਤ ਕਹਿੰਦੇ ਪੁੱਤਰ ਨੂੰ, ਕੰਚਨ ਕਹਿੰਦੇ ਕੀਮਤੀ ਚੀਜ਼ ਨੂੰ, ਪਦਾਰਥ ਨੂੰ, ਸੋਨੇ ਨੂੰ। ਹੁਣ ਧਿਆਨ ਦੇਣਾ, ਇੱਥੇ ਪੁੱਤ ਅੱਖਰ ਕਿਉਂ ਵਰਤਿਆ? ਪਿਓ ਵੀ ਵਰਤ ਸਕਦੇ ਸੀ, ਪਿਓ ਨਾਲ ਵੀ ਤਾਂ ਪਿਆਰ ਵੱਧਦਾ ਹੀ ਹੈ, ਮਾਂ ਨਾਲ ਵੱਧਦਾ, ਭੈਣ ਨਾਲ ਵੱਧਦਾ, ਸਭ ਨਾਲ ਵੱਧਦਾ। ਪੁੱਤਰ ਤਾਂ ਅੱਖਰ ਵਰਤਿਆ ਵੀ ਆਪਣੇ ਦੁਆਰਾ ਪੈਦਾ ਕੀਤੀ ਗਈ ਚੀਜ਼ ਨੂੰ ਪਿਆਰ ਜ਼ਿਆਦਾ ਕਰਦਾ ਹੈ। ਸੁੱਤ ਕੰਚਨ, ਕੰਚਨ ਕੀ ਹੈ? ਕੀਮਤੀ ਪਦਾਰਥ। ਹੁਣ ਕੀਮਤੀ ਪਦਾਰਥ ਵੀ ਤੇ ਆਪ ਹੀ ਲੈ ਕੇ ਆਉ ਨਾ, ਕਦੋਂ ਇਕੱਠੇ ਕਰਕੇ ਮਿਹਨਤ ਕਰੂਗਾ, ਸੋਨਾ ਇਕੱਠਾ ਕਰੂਗਾ। ਕਹਿੰਦੇ ਹੇਤ ਵਧਾਇਆ, ਬੜਾ ਪਿਆਰ ਵਧਾਇਆ। ਕਹਿੰਦਾ ਕਿਉਂ? ਕਹਿੰਦੇ ਸਭ ਕੁਝ ਆਪਣਾ। ਕਹਿੰਦਾ ਜਿੰਨੇ ਸੰਸਾਰ ਤੇ ਦੇਖਣ ਵਾਲੀਆਂ ਚੀਜ਼ਾਂ ਨੇ ਨਾ, ਸਾਰੀਆਂ ਇਹਦੀਆਂ ਆਪਣੀਆਂ ਨੇ, ਇੱਕ ਰਾਮ ਪਰਾਇਆ। ਕਹਿੰਦੇ ਇੱਕ ਪਰਮਾਤਮਾ ਹੀ ਹੈ ਜਿਹੜਾ ਇਹਦਾ ਪਰਾਇਆ ਹੈ। ਇਹਨੂੰ ਤਾਂ ਉਹਦੀ ਯਾਦ ਨਹੀਂ ਆਉਂਦੀ ਕਿਉਂਕਿ ਆਪਣੇ ਹਮੇਸ਼ਾ ਚੇਤੇ ਰਹਿੰਦੇ ਨੇ। ਪਰਾਇਆ ਨੂੰ ਯਾਦ ਵੀ ਕਰ ਲਈਏ ਤੇ ਜਿੰਨਾ ਮਰਜ਼ੀ ਪਰਾਏ ਨੂੰ ਯਾਦ ਕਰ ਲਈਏ, ਥੋੜੇ ਸਮੇਂ ਬਾਅਦ ਭੁੱਲ ਜਾਂਦਾ ਹੈ, ਪਰ ਆਪਣਾ ਕਦੀ ਨਹੀਂ ਭੁੱਲਦਾ। ਇਸੇ ਚੀਜ਼ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 1215 ਅੰਗ ਦੇ ਉੱਤੇ ਫਰਮਾਨ ਕਰਦੇ ਆ। ਕੀ ਕਹਿੰਦੇ ਆ? ਕਹਿੰਦੇ ਜਾਹੂ ਕਾਹੂ ਆਪਣੋ ਹੀ ਚੇਤੇ ਆਵੇ। ਆਂਦਾ ਜਿੱਧਰ ਮਰਜ਼ੀ ਨਿਗਾਹ ਮਾਰ ਕੇ ਦੇਖ ਲਾ, ਆਪਣੇ ਚੇਤੇ ਆਉਂਦੇ ਨੇ, ਪਰਾਏ ਚੇਤੇ ਨਹੀਂ ਆਉਂਦੇ, ਬਗਾਨੇ ਚੇਤੇ ਨਹੀਂ ਆਉਂਦੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣਾ ਚਾਹੁੰਦੇ ਆ, ਕਹਿੰਦੇ ਨੂੰ ਰੱਬ ਕਿਉਂ ਚੇਤੇ ਨਹੀਂ ਆਉਂਦਾ? ਕਿਉਂਕਿ ਰੱਬ ਨੂੰ ਪਰਾਇਆ ਮੰਨਦਾ ਹੈ। ਕਹਿੰਦੇ ਸੰਸਾਰ ਨੂੰ, ਪੁੱਤਰ ਨੂੰ ਆਪਣਾ ਮੰਨਦਾ ਹੈ, ਘਰ ਵਾਲੀ ਆਪਣੀ ਮੰਨਦਾ, ਉਹ ਘਰ ਵਾਲੇ ਨੂੰ ਆਪਣਾ ਮੰਨਦੀ ਹੈ, ਮਾਂ ਪਿਓ ਆਪਣੇ ਮੰਨਦਾ ਹੈ। ਇਸ ਕਰਕੇ ਉਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ, ਉਹ ਕਦੀ ਭੁੱਲਦੇ ਨਹੀਂ, ਉਹ ਭੁੱਲਦੇ ਨਹੀਂ, ਕਦੀ ਯਾਦ ਨਹੀਂ ਕਰਦਾ। ਅੱਜ ਯਾਦ ਕਰਦਾ? ਕਦੀ ਆਪਾਂ ਮਾਂ ਪਿਓ ਨੂੰ ਯਾਦ ਕੀਤਾ? ਕਦੀ ਆਪਾਂ ਯਾਦ ਕੀਤਾ ਵੀ ਮੇਰੇ ਘਰ ਵਾਲੀ ਆ ਤੇ ਮੇਰਾ ਘਰ ਵਾਲਾ ਤੇ ਮੇਰੇ ਬੱਚੇ ਆ? ਉਹ ਹਮੇਸ਼ਾ ਹੀ ਯਾਦ 'ਚ ਰਹਿੰਦੇ ਨੇ, ਕਿਉਂਕਿ ਜਾਹੂ ਕਾਹੂ ਆਪਣੋਂ ਹੀ ਚੇਤੇ ਆਵੇ। ਕਹਿੰਦੇ ਜਿੱਥੇ ਮਰੀ ਚੱਲ ਜਾ, ਆਪਣੇ ਤੇ ਵੈਸੇ ਚੇਤੇ ਰਹਿੰਦੇ ਨੇ। ਤੇ ਗੁਰੂ ਸਾਹਿਬਾਨ ਕਹਿੰਦੇ ਪਰਮਾਤਮਾ ਆਪਣਾ ਨਹੀਂ ਹੈ, ਇਸ ਕਰਕੇ ਉਹ ਚੇਤੇ ਨਹੀਂ ਆਉਂਦਾ, ਉਹ ਪਰਾਇਆ ਹੈ। ਹੁਣ ਧਿਆਨ ਦਿਓ, ਜਿਹਦੇ ਨਾਲ ਕੋਈ ਆਪਣਾ ਨਾਤਾ ਹੈ ਉਹ ਭੁਲਾਇਆ ਵੀ ਨਹੀਂ ਭੁੱਲਦਾ, ਭੁਲਾਇਆ ਵੀ ਨਹੀਂ ਭੁੱਲਦਾ। ਪੁੱਤਰ ਆਪਣਾ ਹੈ, ਆਪੇ ਯਾਦ ਆਉਂਦਾ ਹੈ। ਮਿੱਤਰ ਆਪਣਾ ਹੈ, ਆਪੇ ਯਾਦ ਆਉਂਦਾ ਹੈ। ਦੁਸ਼ਮਣ ਆਪਣਾ ਹੈ, ਉਹ ਵੀ ਯਾਦ ਆਉਂਦਾ ਹੈ। ਕਹਿੰਦਾ ਜੀ ਦੁਸ਼ਮਣ ਕਿਵੇਂ ਯਾਦ ਆਉਂਦਾ? ਧਿਆਨ ਨਹੀਂ, ਆਪਣਾ ਦੁਸ਼ਮਣ ਹੀ ਚੇਤੇ ਆਉਂਦਾ, ਉਹਦੇ ਨਾਲ ਵੀ ਆਪਣਾਪਨ ਹੈ ਤਾਂ ਚੇਤੇ ਆਉਂਦਾ ਹੈ। ਦੁਸ਼ਮਣ ਕਿਸੇ ਹੋਰ ਦਾ ਹੋਵੇ, 1 ਸਕਿੰਟ 'ਚ ਭੁੱਲ ਜਾਂਦਾ ਹੈ। ਦੁਸ਼ਮਣ ਵੀ ਆਪਣੇ ਚੇਤੇ ਆਉਂਦਾ ਹੈ। ਇਹਦਾ ਮਤਲਬ ਆਪਣਾਪਨ ਜਿੱਥੇ ਹੈ ਉੱਥੇ ਸਭ ਕੁਝ ਚੇਤੇ ਹੈ। ਕਹਿੰਦੇ ਵਾਹ ਜੱਗ ਵਾਲਿਓ, ਤੁਸੀਂ ਪਰਮਾਤਮਾ ਨੂੰ ਪਰਾਇਆ ਸਮਝਦੇ, ਇਸ ਕਰਕੇ ਤੁਹਾਡੇ ਚੇਤੇ 'ਚ ਨਹੀਂ ਰਹਿੰਦਾ, ਭੁੱਲ ਜਾਂਦਾ ਹੈ। ਜਿਹੜਾ ਪਰਾਇਆ ਹੋਵੇ, ਬੇਗਾਨਾ ਹੋਵੇ, ਮਾੜੀ ਮੋਟੀ ਕਿਤੇ ਉਹਦੇ ਨਾਲ ਗੱਲਬਾਤ ਹੋ ਜਾਵੇ ਤਾਂ ਆਪਾਂ ਯਾਦ ਕਰਦੇ, ਉਹਨੂੰ ਕੋਸ਼ਿਸ਼ ਕਰਦੇ ਯਾਦ ਕਰਨ ਦੀ। 2 4 10 ਦਿਨ ਆਪਾਂ ਉਹਨੂੰ ਯਾਦ ਕਰਦੇ, ਫਿਰ ਭੁੱਲ ਜਾਂਦਾ। ਤੇ ਆਪਾਂ ਕੀ ਕਹਿੰਦੇ ਹਾਂ ਵੀ ਵਾਕਈ ਯਾਰ ਗੱਲ ਸੱਚ ਹੈ, ਆਪਣੇ ਆਪਣੇ ਹੀ ਹੁੰਦੇ ਆ। ਕਹਿੰਦਾ ਕਿਉਂ? ਉਹਦੇ ਨਾਲ ਮੇਰੀ ਮਾੜੀ ਮੋਟੀ ਦੋਸਤੀ ਹੋਈ ਸੀਗੀ, ਉਹ ਚਲਾ ਗਿਆ ਕਿਤੇ ਤੇ ਮੈਨੂੰ ਭੁੱਲ ਗਿਆ, ਕਿਉਂਕਿ ਆਪਣਾਪਨ ਨਹੀਂ ਹੈ। ਤੇ ਆਪਣਾ ਪੁੱਤਰ ਵੀ, ਆਪਣਾ ਮਾਂ ਪਿਓ ਵੀ ਭਾਵੇਂ 20 ਸਾਲ ਬਾਹਰ ਲਾ ਕੇ ਉਹਨੂੰ ਭਾਵੇਂ ਕਦੀ ਨਹੀਂ ਭੁੱਲਦੇ, ਕਦੀ ਨਹੀਂ ਭੁੱਲਦੇ। ਤੇ ਪਰਾਇਆ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ ਯਾਦ ਕਰਨ ਦੀ, ਉਹ ਭੁੱਲ ਹੀ ਜਾਂਦਾ ਹੈ। ਹੁਣ ਲਓ ਸਾਹਿਬ, ਜਿਨ੍ਹਾਂ ਨਾਲ ਵਕਤੀ ਸੰਬੰਧ ਆ, ਜਿਨ੍ਹਾਂ ਨਾਲ ਵਕਤੀ ਸੰਬੰਧ ਆ, ਉਹ ਆਪਣੇ ਬਣਾ ਲਏ ਅਸੀਂ। ਧਿਆਨ ਦਿਓ, ਪੁੱਤਰ ਸਭ ਜਗ੍ਹਾ ਤੇ ਨਹੀਂ ਹੋ ਸਕਦਾ, ਘਰ ਵਾਲੀ ਸਭ ਜਗ੍ਹਾ ਤੇ ਨਹੀਂ ਹੋ ਸਕਦੀ,
घर वाला सब जगह ते नहीं हो सकता, परिवार सब जगह ते नहीं हो सकता, पर एक निरंकार है जिहड़ा सब जगह ते हो सकता है। जिहड़ा सब जगह ते नहीं हो सकता वो अपना है, ਉਹਦੀ 24 घंटे याद आती है। जिहड़ा सदा ही मेरे नाल रहिंदा है वो मेरा पराया है, इस करके मैनूं ਉਹਦੀ याद नहीं आती। गुरबाणी ने तो काम ही निबेड़ दिता, कहते सब कुछ अपना एक राम पराया। कहते जो कुछ दिसदा है वो ਉਹਦਾ अपना है, तो जिहड़ा सदा नाल रहिंदा जिन्हें बनाया है सब कुछ वो ਉਹਦਾ पराया है, इस करके ਇਹਨੂੰ याद नहीं रहिंदा। ਤੇ ध्यान दिओ, याद करन दे जोर क्यों दिता? अज तक अवतारी पुरखा ने, संतां महापुरखा ने, गुरुआं ने जोर दिता याद कर ਉਹਨੂੰ। ਕਿਹੜੀ ਗੱਲੋਂ याद कर? क्योंकि नाता तेरा ਉਹਦੇ ਨਾਲ ਆ, पर तू भुलिया है, ਤਾਂ याद करन दे जोर दिता। की कहंदे आ संस्कृत ਦੇ ਵਿੱਚ ਕਹਿੰਦੇ सिमरन कर, उर्दू ਦੇ ਵਿੱਚ ਕੀ ਕਹਿੰਦੇ ਆ ਚੇਤੇ कर, ਤੇ ਪੰਜਾਬੀ ਦੇ ਵਿੱਚ ਕਹਿੰਦੇ याद कर। पर है की है याद किनू करना है? ਜਿਹਨੂੰ ਭੁੱਲੇ। ध्यान ਦਿਓ, ਅਸੀਂ परमात्मा ਨੂੰ ਗਵਾਇਆ नहीं है, ਅਸੀਂ परमात्मा ਨੂੰ ਭੁਲਾਇਆ है। ਕਹਿੰਦੇ याद कर ਉਹਨੂੰ, सिमरन कर ਉਹਦਾ। ਕਿਹੜੀ ਗੱਲੋਂ? कि जिन्हां ਨੂੰ अपना मन के बैठा, इन्हां ਨਾਲ वक्ती संबंध आ, सदा ਲਈ संबंध तेरा परमात्मा ਨਾਲ है। याद कर ਉਹਨੂੰ। नहीं कीता, नहीं कीता। ਹੁਣ विचार करना। गुरु साहब समझाउण लगे, की समझाउण लगे? सिर्फ आप जग्यासू की गल कर रहे हैं जी, भी जग्यासू कौन आ? ਇਹਦਾ मतलब ਅਸੀਂ पाठ करते हैं, गुरबाणी पढ़ते हैं, कीर्तन सुनते हैं, कथा सुनते हैं, गुरु घर जाके सेवा करते हैं, पर अजे परमात्मा के नाल नाता नहीं जुड़िया, क्योंकि ਅਸੀਂ जागे ही नहीं। ये तो जग्यासू होए ही नहीं, ये तो संसारी है। ठीक है, और फिर ध्यान दो। धन गुरु अर्जन देव महाराज जी कहते कहते आओ तुम दसा, जो जागी दा है, कहते मेरी अख खुल गई, किहड़ी अंदर दी जागृति आई। पूछा की होया? कहते होना की सी? कहते मैनू याद आया बिसरत ना मन ते हरी। कहता मेरे मन तो एक सेकंड लिए भी परमात्मा नूं भुलदा नहीं है, विसरदा नहीं। किहड़ी गल्लों? मैनू जाग आ गई, अख खुल गई, मैनू पता लगा भी मेरा संबंध ये नाल है, ये मेरा अपना है, तो जिन्हों मैं अपना मन के बैठा असल च पराया है। ये संसार पराया है, परमात्मा मेरा अपना है। कहते फिर की होया? कहते अब ये प्रीत महापरबल भई आन बिखे जरी। अब ये प्रीत जिहड़ा आपां कहते हैं ना कि यार रोज़ दिहाड़ी गुरु घर जाओ, कथा सुनो, कीर्तन सुनो, सेवा करो रोज़ दिहाड़ी। ध्यान दो की मिलता है इथों, की मिलता है इथों? गुरु अर्जन देव महाराज जी कहन लगे अब ये प्रीत महापरबल भई। कहते ये जी गुरबाणी सुन के, गुरु का उपदेश सुन सुन के मैनू उस परमात्मा की याद आई, जिहड़ा मैनू एक सेकंड लिए भी नहीं भुलदा। कहंदा ये प्रीत, ये प्यार, ये खिच, प्रीत की खिच, कहते ये खिच परबल भई। कहते बड़ी परबल हो गई है, बड़ी ताकतवर हो गई है, बड़ी उच्ची हो गई है, बड़ी बलवान है ये प्रीत। कहते इस प्रीत के सदके की होया? आन बिखे जरी। बिखे की है? विषय विकार। जरी किनू कहते? सड़ गए। कहते प्रीत की ऐसी अगन जली मेरे अंदर, ऐसी अगन जली मेरे अंदर। कहते इस अगन करके मेरे अंदरों विषय विकार जिहड़े सी सारे सड़ के सुआह हो गए। आज गुरु घर जाके गुरबाणी पढ़न का फायदा, कीर्तन सुनने का फायदा, कथा सुनने का फायदा, गुरु घर की सेवा करने का फायदा आया कि असीं जग्यासू बन जाइए। तो जे मन में उस परमात्मा के मिलने के प्रति लालसा नहीं पैदा हुई तो असीं संसारी, असीं ते जागे नहीं है। एवें भुलेखा जिहा पाता भी असीं ते धार्मिक बंदे हैं जी। नहीं, विचार करना जरा। गुरु जी समझाउण लगे आप जी नूं, कहंदे पुरानी ऐसी बिरती बना। कहंदे कैसी बिरती बनावां? ते कबीर साहब ने एक होर बड़ी प्यार वाली गल कह दी। पता की कहंदे?
ਕਹਿੰਦੇ ਅਬ ਮੋਹ ਰਾਮ ਆਪਣਾ ਕਰ ਜਾਣਿਆ। ਅਬ ਮੋਹ ਰਾਮ ਆਪਣਾ ਕਰ ਜਾਣਾ। ਅਬ ਲਿਖਿਆ ਉਹਨਾਂ ਨੇ, ਅਬ ਮੋਹ, ਅਬ ਕਿਉਂ ਲਿਖਿਆ? ਹੁਣ ਉਹ ਕਹਿੰਦੇ ਜੱਗ ਵਾਲਿਓ ਸਾਡੀ ਵੀ ਦਸ਼ਾ ਤੁਹਾਡੇ ਵਰਗੀ ਸੀ ਪਹਿਲਾਂ। ਅਸੀਂ ਵੀ ਇਸ ਮੋਹ ਮਾਇਆ ਵਿੱਚ ਫਸੇ, ਸੰਸਾਰ ਨੂੰ ਆਪਣਾ ਸਮਝਦੇ ਸੀ, ਪਰਮਾਤਮਾ ਨੂੰ ਪਰਾਇਆ ਸਮਝਦੇ ਸੀ। ਜਿਹੜੇ ਅਵਤਾਰੀ ਪੁਰਸ਼ ਨੇ, ਰੱਬ ਦੇ ਪਿਆਰੇ ਸੰਤ ਮਹਾਂਪੁਰਖ ਜਿਹੜੇ ਹੁੰਦੇ ਨੇ, ਲੰਘੇ ਇਸੇ ਰਾਹ ਚੋਂ ਹੀ ਹੈ। ਪਰ ਉਹਨਾਂ ਦੀ ਬਿਰਤੀ ਉੱਚੀ ਹੋ ਜਾਂਦੀ, ਫਿਰ ਉਹ ਸਮਝਾਉਂਦੇ, ਕਹਿੰਦੇ ਅਬ ਮੋਹ ਰਾਮ ਆਪਣਾ ਕਰ ਜਾਣਿਆ। ਕਹਿੰਦੇ ਹੁਣ ਮੈਂ ਉਸ ਪਰਮਾਤਮਾ ਨੂੰ ਆਪਣਾ ਕਰਕੇ ਸਮਝਿਆ, ਜਾਣਿਆ ਹੈ। ਹੁਣ ਮੈਨੂੰ ਸਮਝ ਲੱਗ ਗਈ ਕਿ ਜਿਨ੍ਹਾਂ ਨੂੰ ਆਪਣਾ ਕਹਿੰਦਾ ਸੀ, ਅਸਲ 'ਚ ਉਹ ਮੇਰੇ ਆਪਣੇ ਨਹੀਂ, ਉਹ ਪਰਾਏ ਨੇ। ਅਤੇ ਜਿਹਨੂੰ ਪਰਾਇਆ ਕਹਿੰਦੇ ਸੀ, ਅਸਲ 'ਚ ਉਹ ਆਪਣਾ ਹੈ। ਇਹਨਾਂ ਨਾਲ ਵਕਤੀ ਸੰਬੰਧ ਆ, ਉਹਦੇ ਨਾਲ ਸਦਾ ਦਾ ਸੰਬੰਧ ਹੈ। ਕਹਿੰਦੇ ਹੁਣ ਮੈਨੂੰ ਆਪਣਾ ਕਰਕੇ ਜਾਣ ਲਿਆ, ਇਹਦਾ ਮਤਲਬ ਮੈਨੂੰ ਸਮਝ ਲੱਗ ਗਈ ਹੈ ਪਰਮਾਤਮਾ ਦੀ। ਫਿਰ ਕਹਿੰਦੇ ਸਹਿਜ ਸੁਭਾਏ ਮੇਰਾ ਮਨ ਮੰਨਿਆ। ਸਹਿਜ ਕੀ ਹੈ? ਆਤਮਿਕ ਅਡੋਲਤਾ। ਸੁਭਾਏ ਕੀ? ਅਚਨਚੇਤ ਪ੍ਰੇਮ 'ਚ। ਕਹਿੰਦੇ ਜਦੋਂ ਮੇਰੇ ਮਨ ਜਿਹੜਾ ਸੀ ਨਾ, ਮੇਰਾ ਮਨ ਪਹਿਲਾਂ ਡੋਲਦਾ ਸੀ, ਇਹ ਟਿਕਦਾ ਹੀ ਨਹੀਂ ਸੀ, ਇਹ ਖਲੋਂਦਾ ਹੀ ਨਹੀਂ ਸੀ। ਕਿ ਜਦੋਂ ਮੇਰਾ ਮਨ ਖਲੋਤਾ, ਮੇਰਾ ਮਨ ਟਿਕਿਆ, ਤੇ ਇਹਦੇ ਟਿਕਾ ਕਰਕੇ ਅੰਦਰ ਪ੍ਰੇਮ ਪੈਦਾ ਹੋਇਆ। ਸਹਿਜ ਦਾ ਮਤਲਬ ਕੀ ਹੈ? ਆਤਮਿਕ ਅਡੋਲਤਾ, ਟਿਕ ਜਾਣਾ ਕਿਤੇ। ਕਹਿੰਦੇ ਮੇਰਾ ਮਨ ਟਿਕਿਆ ਇੱਕ ਥਾਂ ਤੇ ਖਲੋਤਾ, ਤੇ ਕਹਿੰਦੇ ਫਿਰ ਮੈਨੂੰ ਸਮਝ ਲੱਗੀ ਕਿ ਮੇਰੇ ਮਨ 'ਚ ਇੱਕ ਪ੍ਰੇਮ ਪੈਦਾ ਹੋਇਆ, ਤੇ ਮੇਰਾ ਮਨ ਮੰਨਿਆ। ਮੇਰਾ ਮਨ ਮੰਨ ਗਿਆ। ਕੀ ਮਨ ਮੰਨਿਆ? ਮੇਰੇ ਮਨ ਨੂੰ ਸਮਝ ਲੱਗੀ ਟਿਕ ਕੇ ਕਿ ਇਸ ਸੰਸਾਰ ਨਾਲ ਤੇਰਾ ਨਾਤਾ ਕੋਈ ਨਹੀਂ, ਤੇਰਾ ਨਾਤਾ ਨਿਰੰਕਾਰ ਨਾਲ ਆ। ਇਹ ਸੰਸਾਰ ਤੇਰਾ ਪਰਾਇਆ ਹੀ, ਉਹ ਅਕਾਲ ਪੁਰਖ ਤੇਰਾ ਆਪਣਾ ਹੀ। ਇੱਥੇ ਮੈਨੂੰ ਪਤਾ ਲੱਗਾ, ਉਹ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਲੱਗਾ। ਹੁਣ ਕੀ ਕਹਿੰਦੇ? ਧਿਆਨ ਦੇਣਾ, ਆਪਾਂ ਯਾਦ ਦੀ ਗੱਲ ਕੀਤੀ ਹੈ, ਯਾਦ ਦੀ, ਕਿ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ। ਸ਼ਾਇਦ ਤੁਸੀਂ ਕਦੀ ਸੋਚਿਆ ਹੋਵੇ ਕਿ ਨਹੀਂ ਸੋਚਿਆ ਹੋਵੇ, ਪਰਮਾਤਮਾ ਦੀ ਯਾਦ ਹੀ ਮਹਾ ਆਨੰਦ ਆ। ਕਦੀ ਵਿਚਾਰ ਆਇਆ ਹੋਵੇ ਕਿ ਨਹੀਂ ਆਇਆ ਹੋਵੇ ਮਨ 'ਚ? ਪਰਮਾਤਮਾ ਦੀ ਯਾਦ ਹੀ ਮਹਾ ਆਨੰਦ ਹੈ। ਕਹੋਗੇ ਵੀ ਕਿੱਦਾਂ ਹੁੰਦਾ? ਕਿਸੇ ਦੀ ਯਾਦ ਹੀ ਮਹਾ ਆਨੰਦ ਹੋ ਸਕਦੀ ਹੈ। ਕਹਿੰਦੇ ਕਿੱਥੇ ਲਿਖਿਆ? 749 ਅੰਗ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ 749 ਅੰਗ ਦੇ ਉੱਤੇ ਕਹਿੰਦੇ ਤੁਧ ਚਿਤ ਆਏ ਮਹਾ ਆਨੰਦਾ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਕਹਿੰਦੇ ਤੁਧ ਚਿਤ ਆਏ ਮਹਾ ਆਨੰਦਾ। ਕਹਿੰਦਾ ਹੇ ਪਰਮਾਤਮਾ, ਤੇਰੀ ਕਿਤੇ ਯਾਦ ਆ ਜਾਵੇ, ਤੂੰ ਕਿਤੇ ਚੇਤੇ ਆ ਜਾਵੇ, ਕਹਿੰਦਾ ਮਹਾ ਆਨੰਦ ਆ। ਕਹਿੰਦਾ ਸੰਸਾਰ ਦੇ ਉੱਤੇ ਕਿਸੇ ਨੂੰ ਯਾਦ ਕਰਕੇ ਆਨੰਦ ਨਹੀਂ ਆਉਂਦਾ, ਤੈਨੂੰ ਯਾਦ ਕਰਕੇ ਵੀ ਆਨੰਦ ਆ ਜਾਂਦਾ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ, ਕਹਿੰਦਾ ਜਿਹਨੂੰ ਤੂੰ ਭੁੱਲ ਜਾਣਾ ਹੈ ਸੋ ਮਰ ਜਾਏ। ਕਹਿੰਦਾ ਇਹ ਅਕਾਲ ਪੁਰਖ ਪਰਮਾਤਮਾ, ਉਹ ਤੇ ਮਰ ਗਿਆ, ਉਹਦੀ ਜ਼ਿੰਦਗੀ ਖਤਮ ਹੈ, ਜਿਹਨੂੰ ਤੇਰੀ ਯਾਦ ਨਹੀਂ ਆਉਂਦੀ। ਆਪਾਂ ਸੋਚਿਆ ਹੀ ਨਹੀਂ ਕਿ ਪਰਮਾਤਮਾ ਦੀ ਯਾਦ ਹੀ ਮਹਾ ਆਨੰਦ ਆ, ਸਾਨੂੰ ਲੋੜ ਨਹੀਂ ਪਈ। ਹੁਣ ਧਿਆਨ ਦੇਈਏ ਜੀ ਉਹਦਾ, ਧਿਆਨ ਨਾਲ। ਪਹਿਲਾਂ ਕਿਹਾ ਜਗਿਆਸੂ। ਜਦੋਂ ਮਨ ਵਿੱਚ ਇਹ ਚੀਜ਼ ਪੈਦਾ ਹੁੰਦੀ, ਲਾਲਸਾ ਪੈਦਾ ਹੁੰਦੀ ਕਿ ਪਰਮਾਤਮਾ ਨੂੰ ਮਿਲਣਾ ਹੈ, ਇਹ ਜਗਿਆਸੂ ਹੈ। ਜਿਹੜਾ ਜਾਗ ਜਾਂਦਾ ਹੈ, ਜਿਹੜਾ ਜਾਗਦਾ ਉਹੀ ਕਿਤੇ ਤੁਰਦਾ ਕਿਸੇ ਪਾਸੇ ਨੂੰ, ਸੁੱਤਾ ਕਦੀ ਤੁਰਦਾ ਨਹੀਂ। ਜਿਹੜਾ ਜਾਗਦਾ ਨਾ ਉਹ ਤੁਰਦਾ ਹੈ, ਉਹ ਕਿਤੇ ਜਾਣ ਦੀ ਤਿਆਰੀ ਕਰਦਾ, ਜਾਂਦਾ ਹੈ ਕਿਤੇ। ਤੇ ਗੁਰੂ ਜੀ ਕਹਿੰਦੇ ਜਿਹੜਾ ਜਗਿਆਸੂ, ਜਿਹਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ ਹੈ, ਜਿਹਨੂੰ ਕਥਾ ਕੀਰਤਨ ਸੁਣਦਿਆਂ ਮਨ 'ਚ ਲਾਲਸਾ ਪੈਦਾ ਹੋ ਜਾਂਦੀ ਪਰਮਾਤਮਾ ਨੂੰ ਮਿਲਣਾ ਹੈ, ਕਹਿੰਦੇ ਫਿਰ ਤੁਰ ਪੈਂਦਾ। ਉਹ ਤੁਰ ਪੈਂਦਾ। ਜਿਹੜਾ ਤੁਰ ਪੈਂਦਾ ਹੈ ਉਹ ਸਾਧਨਾ ਕਰਦਾ ਹੈ, ਤੇ ਸਾਧਨਾ ਕਰਨ ਵਾਲੇ ਨੂੰ ਸਾਧੂ ਕਹਿੰਦੇ। ਉਹ ਸਾਧਨਾ ਕਰਦਾ ਹੈ। ਕਿਹੜੀ ਸਾਧਨਾ ਕਰਦਾ ਹੈ? ਉਹ ਫਿਰ ਗੁਰਬਾਣੀ ਪੜ੍ਹਦਾ ਹੈ, ਕੀਰਤਨ ਸੁਣਦਾ ਹੈ, ਸੁਣ ਕੇ ਫਿਰ ਸਾਧਨਾ ਕਰਦਾ ਹੈ, ਫਿਰ ਉਹ ਸ਼ਬਦ ਨਾਲ ਜੁੜਦਾ ਹੈ, ਉਹ ਜਪ ਕਰਦਾ ਹੈ, ਉਹ ਨਾਮ ਸਿਮਰਨ ਕਰਦਾ, ਸੁਰਤ ਸ਼ਬਦ ਦਾ ਮਿਲਾਪ ਕਰਦਾ। ਜਿਹੜਾ ਸੁਰਤ ਸ਼ਬਦ ਦਾ ਮਿਲਾਪ ਕਰਦਾ ਉਹਨੂੰ ਤੁਰਨਾ ਕਹਿੰਦੇ, ਇਹ ਤੁਰ ਪਿਆ। ਜਿਹੜਾ ਸਾਧਨਾ ਕਰਦਾ ਹੈ ਇਹ ਤੁਰ ਪਿਆ ਹੈ, ਇਹ ਸਾਧੂ ਹੈ, ਇਹ ਸਾਧੂ ਹੈ। ਤੇ ਧਿਆਨ ਦੇਣਾ, ਸਾਧੂ ਹਮੇਸ਼ਾ ਕਿਹਦੇ ਨਾਲ ਲੜਦੇ ਆ? ਸਾਧੂ ਮਨ ਨਾਲ ਲੜਦੇ ਆ, ਸਾਧੂ ਕਿਸੇ ਨਾਲ ਨਹੀਂ ਲੜਦੇ। ਸਾਧੂ ਕਿਸੇ ਸੰਸਾਰੀਆਂ ਨਾਲ ਨਹੀਂ ਲੜਨ ਜਾਂਦੇ, ਸਾਧੂ ਮਨ ਨਾਲ ਲੜਦੇ ਆ। ਜਦੋਂ ਮਨ ਨਾਲ ਲੜਦੇ ਨੇ
ਤੇ ਧਿਆਨ ਦਿਓ, ਸੂਰਮਾ ਕਿਹੜਾ ਹੈ? ਸੂਰਮਾ ਕੌਣ ਹੈ? ਕਿਸੇ ਸੰਸਾਰ ਨਾਲ ਲੜੇ, ਲੱਤਾਂ ਬਾਹਾਂ ਵੱਢਦੇ ਕਹਿੰਦੇ ਸੂਰਮਾ ਹੈ, ਇਹਦਾ ਸਿਰ ਪਾੜਦੇ ਕਹਿੰਦੇ ਸੂਰਮਾ ਹੈ। ਤੇ ਗੁਰਬਾਣੀ ਕਹਿੰਦੀ ਜਿਹੜਾ ਆਪਣੇ ਮਨ ਨਾਲ ਲੜੇ ਉਹ ਸੂਰਮਾ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਸੂਰਾ ਸੋ ਪਹਿਚਾਨੀਏ, ਕਹਿੰਦੇ ਉਹਦੀ ਪਹਿਚਾਣ ਕਰਿਓ, ਇਹ ਸੂਰਮਾ ਜੇ, ਇਹ ਸੂਰਾ ਜੇ। ਕਹਿੰਦੇ ਕੌਣ? ਜੋ ਲੜੇ ਦੀਨ ਕੇ ਹੇਤ। ਦੀਨ, ਹੁਣ ਆਪਾਂ ਨੇ ਕਹਿਣਾ ਕਿਸੇ ਗਰੀਬ ਵਾਸਤੇ ਲੜੇ। ਜਦੋਂ ਆਪਾਂ ਕਹਾਂਗੇ ਕਿਸੇ ਗਰੀਬ ਵਾਸਤੇ ਲੜੇ ਤੇ ਮਨ 'ਚ ਵਿਚਾਰ ਪੈਦਾ ਹੋਊ ਵੀ ਇਹ ਆਪਣੇ ਆਪ ਨੂੰ ਅਮੀਰ ਸਮਝਦਾ ਤਾਂ ਹੀ ਕਿਸੇ ਗਰੀਬ ਵਾਸਤੇ ਲੜਨ ਡਿਆ। ਇਹ ਸਮਝਦਾ ਕਿ ਮੈਂ ਅਮੀਰ ਹਾਂ ਤੇ ਮੈਂ ਕਿਸੇ ਗਰੀਬ ਲਈ ਲੜਾਂ। ਗੁਰੂ ਸਾਹਿਬਾਨ ਕਹਿੰਦੇ ਨੇ, ਉਹਨਾਂ ਤਾਂ ਲਿਖਿਆ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਕਿਉਂ ਲਿਖਿਆ? ਕਿ ਕਿਤੇ ਕੋਈ ਅਮੀਰ ਜਿਹਦੇ ਕੋਲ 4 ਪੈਸੇ ਘਮੰਡ 'ਚ ਨਾ ਆ ਜਾਵੇ ਕਿ ਮੈਂ ਕਿਸੇ ਗਰੀਬ ਨੂੰ ਖਵਾਉਣ ਜੋਗਾ ਹੋ ਗਿਆ। ਉਹ ਭੋਲਿਆ ਤੇਰੇ ਭਾਗ ਚੰਗੇ ਨੇ, ਧਿਆਨ ਦੇਈਂ, ਵੰਡਣ ਵਾਲਾ ਵੀ ਉਹੀ ਹੈ ਤੇ ਅੱਗੇ ਬਹਿ ਕੇ ਹੱਥ ਅੱਡ ਕੇ ਖਾਣ ਵਾਲਾ ਵੀ ਉਹੀ ਹੈ। ਘੱਟ ਘੱਟ ਮੈਂ ਹਰਜੂ ਬਸੇ, ਸੰਤਨ ਕੇ ਉਪਕਾਰ, ਦਾਤਾ ਵੀ ਉਹੀ ਹੈ ਤੇ ਭਿਖਾਰੀ ਵੀ ਉਹੀ ਹੈ। ਫਿਰ ਇੱਥੇ ਆਪਾਂ ਕਹੀਏ ਜੋ ਲੜੇ ਦੀਨ ਕੀ ਹੈ ਤੇ ਕਿਸੇ ਗਰੀਬ ਵਾਸਤੇ ਲੜੇ। ਦੀਨ ਕਿਹਨੂੰ ਕਹਿੰਦੇ ਆ? ਗਰੀਬੀ ਨੂੰ। ਕਹਿੰਦਾ ਜਿਹੜਾ ਪ੍ਰਾਣੀ ਆਪਣੇ ਮਨ ਦੇ ਨਾਲ ਲੜੇ, ਕਿਉਂਕਿ ਇਹ ਜਿਹੜਾ ਮਨ ਹੈ ਨਾ, ਇਹ ਅੰਦਰ ਗਰੀਬੀ ਸੁਭਾਅ ਪੈਦਾ ਨਹੀਂ ਹੋਣ ਦਿੰਦਾ। ਅੰਦਰ ਗਰੀਬੀ ਸੁਭਾਅ ਪੈਦਾ ਨਹੀਂ ਹੋਣ ਦਿੰਦਾ, ਅੰਦਰ ਗਰੀਬੀ ਨਹੀਂ ਪੈਦਾ ਹੋਣ ਦਿੰਦਾ। ਗਰੀਬੀ ਕੀ ਹੈ? ਗਰੀਬੀ ਕੀ ਹੈ? ਕੋਈ ਗੁਰਸਿੱਖ ਪਿਆਰਾ ਗਰੀਬ ਇਨਸਾਨ ਗਲੀ 'ਚ ਮੰਗਦਾ ਫਿਰਦਾ ਹੈ, ਇਹਦਾ ਬੂਹਾ ਖੜਕਾਇਆ, ਅੰਦਰੋਂ ਨਿਕਲਿਆ ਕੋਈ ਤੇ ਦਿੱਤੇ 10 ਰੁਪਈਏ। 10 ਰੁਪਈਏ ਲੈ ਕੇ ਤੁਰ ਪਿਆ। ਜਦੋਂ ਤੁਰਿਆ ਨਾ ਤੇ ਪਿੱਛੇ ਕੋਈ ਸੱਜਣ ਆਉਣ ਡਿਆ ਸੀ, ਉਹਨੂੰ ਕਹਿੰਦਾ ਕਿੰਨੇ ਪੈਸੇ ਦਿੱਤੇ ਤੈਨੂੰ? ਕਹਿੰਦਾ 10 ਰੁਪਈਏ। ਕਹਿੰਦਾ ਇੰਨੇ ਅਮੀਰ ਲੋਕ ਨੇ, ਫਿਰ ਬੂਹਾ ਖੜਕਾਉਣ ਨੂੰ ਕਹੂ ਦੇ ਕੋਈ 1000-2000 ਰੁਪਈਆ, ਇੰਨਾ ਪੈਸਾ ਇਹਨਾਂ ਕੋਲ। ਗਰੀਬ ਬੰਦਾ ਪਤਾ ਕੀ ਕਹਿੰਦਾ? ਕਹਿੰਦਾ ਸੱਜਣਾ ਮੈਂ ਗਰੀਬ ਇਨਸਾਨ ਆ, ਮੇਰਾ ਕੰਮ ਹੱਥ ਅੱਡਣਾ ਆ। ਉਸ ਹੱਥ ਤੇ ਅਗਲਾ ਕੀ ਦਿੰਦਾ ਉਹ ਮੈਂ ਨਹੀਂ ਵੇਖਣਾ, ਮੈਂ ਗਰੀਬ ਹਾਂ। ਕਿਉਂਕਿ ਗਰੀਬ ਦੀ ਹਾਲਤ ਇਹੀ ਹੁੰਦੀ ਹੈ ਕਿ ਉਹ ਕਿਸੇ ਤੇ ਰੋਪ ਨਹੀਂ ਪਾ ਸਕਦਾ, ਹੱਕ ਨਹੀਂ ਜਮਾ ਸਕਦਾ। ਤੇ ਗੁਰੂ ਸਾਹਿਬਾਨ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦਾ ਨਾਮ ਦੀ ਬਜਾਈ ਕਰ, ਸੰਤੋਖ ਦਾ ਸੁਹਾਗਾ ਮਾਰ ਦੇ ਤੇ ਧਿਆਨ ਰੱਖੀ ਗਰੀਬੀ ਵੇਸ ਰੱਖੇ। ਕੀ ਗਰੀਬੀ ਵੇਸ? ਕਿ ਹੁਣ ਨਾਮ ਸਿਮਰਨ ਕਰਕੇ ਪਰਮਾਤਮਾ ਤੈਨੂੰ ਜਿੱਥੇ ਮਰਜ਼ੀ ਰੱਖੇ, ਜੋ ਦਵੇ ਸੋ ਦਵੇ, ਪਰ ਤੂੰ ਕਿਤੇ ਆਕੜ ਕੇ ਨਹੀਂ ਮੰਗਣਾ ਕੁਝ ਵੀ। ਇਹ ਗਰੀਬੀ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਕਹਿੰਦਾ ਭਾਵ ਜਿਹੜਾ ਆਪਣੇ ਮਨ ਦੇ ਨਾਲ ਲੜੇ ਕਦ ਲਈ? ਵੀ ਮਨ 'ਚ ਗਰੀਬੀ ਸੁਭਾਅ ਪੈਦਾ ਹੋ ਜਾਏ, ਗਰੀਬੀ ਪੈਦਾ ਹੋ ਜਾਵੇ, ਮੇਰਾ ਮਨ ਭਾਣੇ ਜਾ ਜਾਵੇ। ਜੋ ਤਿਸ ਭਾਵੇ ਨਾਨਕਾ ਸਹੀ ਗੱਲ ਚੰਗੀ। ਇਹਨੂੰ ਕਹਿੰਦੇ ਸੂਰਾ ਸੋ ਪਹਿਚਾਨੀ ਜੋ ਲੜੇ ਦੀਨ ਕੇ ਹੇਤ। ਸਾਧੂ ਆਪਣੇ ਮਨ ਨਾਲ ਲੜਦਾ ਹੈ, ਆਪਣੇ ਮਨ ਨਾਲ ਲੜਦਾ ਹੈ, ਉਹ ਸਾਧੂ ਹੈ। ਠੀਕ ਹੈ। ਕਹਿੰਦਾ ਕਿਵੇਂ ਲੜਦਾ? ਤੇ ਕਬੀਰ ਸਾਹਿਬਾਨ ਜਵਾਬ ਦਿੰਦੇ ਆ, ਕਹਿੰਦੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਵਾਹ ਵਾਹ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ। ਕੀ ਕਹਿੰਦੇ ਕਬੀਰ ਸਾਹਿਬਾਨ? ਕਹਿੰਦੇ ਮੰਮਾ ਮਨ ਸਿਉ ਕਾਜ ਹੈ। ਕਹਿੰਦੇ ਉਹ ਪੁਰਾਣੀ ਗੱਲ ਸੁਣ ਲਾ, ਜਿਹੜਾ ਅਸਲੀ ਤੇਰਾ ਕੰਮ ਹੈ ਨਾ, ਅਸਲੀ ਕੰਮ ਤੇਰਾ ਜਿਹੜਾ ਜਿਸ ਕੰਮ ਤੂੰ ਸੰਸਾਰ ਦੇ ਉੱਤੇ ਆਇਆ, ਉਹ ਕਿਸੇ ਸੰਸਾਰੀ ਬੰਦੇ ਨਾਲ ਨਹੀਂ ਹੈ। ਉਹ ਅਸਲੀ ਕੰਮ ਤੇਰੇ ਮਨ ਨਾਲ ਹੀ ਹੈ, ਤੇਰੇ ਮਨ ਨਾਲ ਹੀ, ਕਿਸੇ ਨਾਲ ਨਹੀਂ ਹੈ। ਸੱਚ ਜੇ ਆਪਾਂ ਕਹੀਏ ਤੇ ਮੈਂ ਪਰਮਾਤਮਾ ਮਿਲਣਾ ਹੈ, ਤਾਂ ਕਿਸੇ ਦੇ ਘਰ ਜਾ ਕੇ ਰੌਲਾ ਪਾਉਣ ਦੀ ਲੋੜ ਨਹੀਂ ਹੈ, ਆਪਣੇ ਮਨ ਨਾਲ ਹੈ। ਕਹਿੰਦੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਕਹਿੰਦੇ ਅਸਲੀ ਕੰਮ ਬਣਨਾ ਤੇਰਾ ਮਨ ਨਾਲ ਹੀ ਹੈ। ਮਨ ਸਾਧੇ, ਸਾਧੇ ਕੀ ਹੈ? ਇਹਦੀ ਸਾਧਨਾ, ਇਹਨੂੰ ਸੁਧਾਰਨਾ। ਕਹਿੰਦਾ ਮਨ ਸਾਧੇ। ਕਹਿੰਦਾ ਜਿਹੜਾ ਪ੍ਰਾਣੀ ਆਪਣੇ ਮਨ ਨੂੰ ਸਾਧ ਲੈਂਦਾ ਹੈ, ਸਾਧਨਾ 'ਚ ਲੈ ਆਉਂਦਾ ਹੈ, ਕਹਿੰਦਾ ਸਿੱਧ ਹੋਏ। ਕਹਿੰਦਾ ਉਹ ਆਪਣਾ ਜਿਹੜਾ ਕੰਮ ਕਰਨ ਆਇਆ ਨਾ ਮਨੁੱਖ ਸਰੀਰ ਦੇ ਅੰਦਰ, ਉਹਦੇ 'ਚ ਕਾਮਯਾਬ ਹੋ ਜਾਂਦਾ ਹੈ, ਕਾਮਯਾਬ ਹੋ ਜਾਂਦਾ ਹੈ। ਫਿਰ ਕੀ ਕਹਿੰਦੇ? ਮਨ ਹੀ ਮਨ ਸਿਉ ਕਹੇ ਕਬੀਰਾ। ਕਬੀਰ ਜੀ ਕਹਿੰਦੇ ਮਨਾ,
ਇਹ ਕੰਮ ਤੇਰਾ ਮਨ ਨਾਲ ਹੀ ਹੋਣਾ, ਬਾਹਰ ਭੱਜਣ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ। ਕਹਿੰਦਾ ਕਿਉਂ? ਕਹਿੰਦੇ ਮਨ ਸਾ ਮਿਲਿਆ ਨਾ ਕੋਏ। ਕਹਿਣ ਲੱਗੇ ਦੇਖੀ ਬਈ, ਇਸ ਮਨ ਵਰਗਾ ਜਿਹੜਾ ਕਾਜ ਤੂੰ ਕਰਨਾ ਨਾ, ਕਿਸੇ ਹੋਰ ਨਹੀਂ ਤੈਨੂੰ ਕੋਈ ਮਿਲਣਾ, ਨਾ ਕੋਈ ਮਿਲਿਆ ਹੀ ਆ। ਉਹ ਸਾਰਾ ਕੰਮ ਤੇਰਾ ਕਾਜ ਮਨ ਨਹੀਂ ਕਰਨਾ। ਫਿਰ ਕੀ ਕਹਿੰਦੇ ਦੇਖਿਓ, ਧਿਆਨ ਦਿਓ। ਕਹਿਣ ਲੱਗੇ ਭਾਈ ਐਸੀ ਬਿਰਤੀ ਬਣਾ, ਇਹ ਸਾਧੂ ਦੀ ਬਿਰਤੀ ਹੈ। ਕਿਹਦੀ? ਸਾਧੂ ਦੀ ਬਿਰਤੀ ਹੈ। ਜਗਿਆਸੂ ਫਿਰ ਸਾਧੂ, ਜਿਹੜਾ ਆਪਣੇ ਮਨ ਨਾਲ ਲੜਦਾ ਹੈ, ਆਪਣੇ ਨੂੰ ਸਾਧਦਾ। ਫਿਰ ਤੁਰ ਪਿਆ, ਜਿਹੜਾ ਤੁਰਿਆ 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 ਜਾਂਦਾ, ਮੰਜ਼ਿਲ ਤੇ ਪਹੁੰਚ ਗਿਆ ਉਹ ਸੰਤ ਹੈ। ਜਿਹੜਾ ਮੰਜ਼ਿਲ ਤੇ ਪਹੁੰਚ ਗਿਆ ਉਹ ਸੰਤ ਹੈ। ਸੰਤ ਕਿਹਨੂੰ ਕਹਿੰਦੇ ਆ? ਸੰਤ ਕਿਹਨੂੰ ਕਹਿੰਦੇ ਆ? ਧਿਆਨ ਦੇਣਾ, ਉੱਤੇ ਟਿੱਪੀ ਹੈ ਸੱਸਾ, ਉੱਤੇ ਟਿੱਪੀ ਤੇ ਤੱਤਾ ਸੰਤ। ਟਿੱਪੀ ਨੰਨੇ ਦੀ ਆਵਾਜ਼ ਦਿੰਦੀ, ਸੱਸੇ ਤੋਂ ਸਾਦਗੀ, ਨੰਨੇ ਤੋਂ ਨਿਮਰਤਾ, ਤੱਤੇ ਤੋਂ ਤਿਆਗ, ਇਹ ਸੰਤ। ਫਿਰ ਸੰਤ ਕੌਣ ਆ? ਸੱਸੇ ਤੋਂ ਸੱਤ, ਅੱਗੇ ਅੰਤ। ਜਿਹੜਾ ਸੱਤ ਤੱਕ ਪਹੁੰਚ ਕੇ ਆਪਣਾ ਅੰਤ ਕਰ ਲਵੇ, ਉਹਨੂੰ ਸੰਤ ਕਹਿੰਦੇ ਨੇ, ਉਹਨੂੰ ਸੰਤ ਕਹਿੰਦੇ ਨੇ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿਹੜਾ ਤੁਰਿਆ ਮੰਜ਼ਿਲ ਤੇ ਪਹੁੰਚਦਾ ਉਹ ਸੰਤ ਹੈ, ਤੇ ਜਿਹੜਾ ਤੁਰਿਆ ਹੀ ਨਹੀਂ ਅਜੇ, ਜਿਹਦਾ ਮਨ ਜਾਗਿਆ ਹੀ ਨਹੀਂ ਅਜੇ, ਕਹਿੰਦੇ ਉਹ ਕੌਣ ਹੈ? ਕਹਿੰਦੇ ਉਹ ਸੰਸਾਰੀ ਹੈ, ਉਹ ਸੰਸਾਰੀ ਹੈ। ਤਾਂ ਫਿਰ ਕਬੀਰ ਸਾਹਿਬਾਨ ਨੇ ਕਿਹਾ, ਕਹਿਣ ਲੱਗੇ, ਜਿਹੜੀ ਆਪਾਂ ਪੰਕਤੀ ਸ਼ੁਰੂ ਕੀਤੀ ਸੀ, ਸਗਲ ਮਾਂ ਨਕਟੀ ਕਾ ਵਾਸਾ, ਸਗਲ ਮਾਰ ਔਹੇਰੀ। ਕਹਿੰਦੇ ਇਸ ਮਾਇਆ ਦਾ ਸਭ ਜਗ੍ਹਾ ਤੇ ਵਾਸਾ ਹੈ, ਸਾਰਿਆਂ ਨੂੰ ਤੱਕਦੀ ਹੈ, ਕੋਈ ਮੇਰੀ ਮਾਰ ਤੋਂ ਬਚ ਤੇ ਨਹੀਂ ਗਿਆ। ਪਰ ਜੇ ਗੁਰਬਾਣੀ ਪੜ੍ਹ ਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ ਮਨ 'ਚ ਕਿਤੇ ਲਾਲਸਾ ਪੈਦਾ ਹੋ ਗਈ ਕਿ ਪਰਮਾਤਮਾ ਨੂੰ ਮਿਲਣਾ, ਫਿਰ ਤੂੰ ਜਾਗ ਜਾਏਗਾ, ਫਿਰ ਇਹਦੇ ਪ੍ਰਭਾਵ ਤੋਂ ਬਚ ਸਕਦਾ। ਤੇ ਅੱਗੋਂ ਪਤਾ ਕੀ ਹੈ? ਮਾਇਆ ਤੇ ਕਬੀਰ ਜੀ ਦੀ ਗੱਲਬਾਤ ਹੋ ਰਹੀ ਸੀ। ਕਬੀਰ ਜੀ ਤੇ ਮਾਇਆ ਦੀ ਗੱਲਬਾਤ ਸੱਚ ਆ। ਰੱਬ ਦੇ ਪਿਆਰੇ ਦੋਨੋਂ ਪੱਖ ਜਾਣਦੇ ਆ, ਉਹ ਸੰਸਾਰ ਨੂੰ ਵੀ ਜਾਣਦੇ, ਉਹ ਨਿਰੰਕਾਰ ਨੂੰ ਵੀ ਜਾਣਦੇ ਆ। ਕਬੀਰ ਜੀ ਕਹਿੰਦੇ ਮੇਰੀ ਦੀ ਗੱਲਬਾਤ ਹੋ ਰਹੀ ਸੀ ਤੇ ਮੈਂ ਇਹਦੇ ਨਾਲ ਗੱਲ ਕਰਦਾ ਸੀ ਮਾਇਆ ਨਾਲ, ਤੇ ਮੈਨੂੰ ਕੁਝ ਹੋਰ ਕਹਿੰਦੀ ਅੱਗੋਂ। ਕਬੀਰ ਜੀ ਕੀ ਕਹਿੰਦੀ ਮਾਇਆ ਤੁਹਾਨੂੰ? ਕਹਿੰਦੇ ਮੈਨੂੰ ਮਾਇਆ ਕਹਿੰਦੀ ਸਗਲਿਆਂ ਕੀ ਹੋਂ ਭੈਣ ਭਾਣਜੀ, ਸਗਲਿਆਂ ਕੀ ਹੋਂ ਭੈਣ ਭਾਣਜੀ, ਜਿਨੇ ਭਰੀ ਤੇ ਸਚੇਰੀ। ਕਹਿੰਦੇ ਕਬੀਰਾ ਗੱਲ ਸੁਣਨਾ ਮੇਰੀ, ਸਗਲਿਆਂ ਕੀ ਹੋਂ ਮੈਂ ਭੈਣ ਭਾਣਜੀ। ਕਹਿੰਦੇ ਮੈਂ ਇਹਨਾਂ ਸਾਰਿਆਂ ਦੀ ਭੈਣ ਤੇ ਭਾਣਜੀ ਹਾਂ। ਹੁਣ ਭੈਣ ਭਾਣਜੀ ਕਿਉਂ ਕਿਹਾ ਬਈ? ਬੜੀ ਹੈਰਾਨਗੀ ਵਾਲੀ, ਆਪਾਂ ਇਹਨਾਂ ਕੰਮ ਨਿਬੇੜ ਦੇਣਾ ਵੀ ਮੈਂ ਸਾਰਿਆਂ ਦੀ ਕਿਸੇ ਦੀ ਭੈਣ ਲੱਗਦੀ ਹਾਂ ਤੇ ਕਿਸੇ ਦੀ ਮੈਂ ਭਾਣਜੀ ਲੱਗਦੀ ਹਾਂ, ਇਹ ਸਾਰੇ ਮੈਨੂੰ ਇਕੱਠੀ ਕਰਦੇ ਫਿਰਦੇ, ਤਰਲੇ ਲੈ ਲੈ ਕੇ। ਨਹੀਂ ਨਹੀਂ ਨਹੀਂ, ਕਹਿੰਦੇ ਕਬੀਰਾ ਵੀ ਤੂੰ ਇਹਨਾਂ ਨੂੰ ਗਿਆਨ ਦੇ ਰਿਹਾ, ਸਮਝਾ ਰਿਹਾ, ਚੰਗੀ ਗੱਲ ਆ, ਪਰ ਇੱਕ ਗੱਲ ਪੱਲੇ ਬੰਨ ਲਈ, ਸਗਲਿਆਂ ਕੀ ਹੋਂ ਮੈਂ ਭੈਣ ਭਾਣਜੀ। ਭੈਣ ਭਾਣ ਦਾ ਮਤਲਬ ਕੀ ਹੈ? ਨਾਤਾ, ਰਿਸ਼ਤਾ। ਕਹਿੰਦੀ ਨਾ ਸਾਰਿਆਂ ਦੇ ਨਾਲ ਹੀ ਮੇਰਾ ਰਿਸ਼ਤਾ ਆ, ਮੇਰਾ ਨਾਤਾ ਆ, ਤੂੰ ਕਰ ਕੀ ਲਏਗਾ? ਸਗਲਿਆਂ ਕੀ ਹੋਂ ਭੈਣ ਭਾਣਜੀ, ਇਹਨਾਂ ਸਾਰਿਆਂ ਨਾਲ ਮੇਰਾ ਭੈਣ ਭਾਂਜ ਦਾ ਰਿਸ਼ਤਾ ਹੈ। ਇਹਦਾ ਮਤਲਬ ਗੂੜਾ ਰਿਸ਼ਤਾ ਹੈ, ਗੂੜਾ ਰਿਸ਼ਤਾ ਹੈ ਇਹਨਾਂ ਦੇ ਨਾਲ, ਮੇਰਾ ਸੰਬੰਧ ਹੈ ਮੇਰਾ, ਤੂੰ ਭੱਜ ਕੀ ਲਏਗਾ? ਠੀਕ ਹੈ। ਫਿਰ ਕੀ ਕਹਿੰਦੇ? ਕਹਿੰਦੇ ਫਿਰ ਮੈਨੂੰ ਉਹ ਕਹਿੰਦੀ ਮਾਇਆ, ਕੀ ਕਹਿੰਦੀ? ਜਿਨ ਬਰੀ ਤੇ ਸਚੇਰੀ। ਜਿਹਨੇ ਬਰੀ ਕਹਿੰਦੇ ਨੇ ਵਿਆਹ ਕਰ ਲੈਣਾ, ਕਾਬਜ਼ ਹੋ ਜਾਣਾ, ਕਿਸੇ ਨੂੰ ਕਬਜ਼ੇ 'ਚ ਕਰ ਲੈਣਾ। ਬਰੀ ਦਾ ਮਤਲਬ ਵਿਆਹ ਕਰਨਾ। ਵਿਆਹ ਕਰਨਾ ਮੈਂ ਕਿਉਂ ਅੱਖਰ ਵਰਤਿਆ? ਸੁਣਨਾ ਤਾਂ ਵਰਤਿਆ ਕਿ ਭੈਣ ਹੋਵੇ ਜਾਂ ਕੋਈ ਭਤੀਜੀ ਹੋਵੇ, ਤੇ ਵਿਚਾਰ ਕਰਨਾ ਅਸੀਂ ਉਹਨਾਂ ਦੇ ਉੱਤੇ ਰੋਹਬ ਨਹੀਂ ਇੰਨਾ ਪਾ ਸਕਦੇ। ਪਿਆਰ ਨਾਲ ਕਹਾਂਗੇ ਬੇਟੇ ਇਹ ਕੰਮ ਕਰ ਦਿਓ, ਭੈਣ ਮੇਰੀ ਇਹ ਕੰਮ ਕਰ ਦਿਓ। ਪਰ ਜਿਹੜੀ ਜਨਾਨੀ ਹੁੰਦੀ ਨਾ, ਅਸਲ ਦੇ ਵਿੱਚ ਔਰਤ ਤੇ ਆਦਮੀ ਦਾ ਰਿਸ਼ਤਾ ਹੈ ਨਾ, ਪਤਾ ਕਿੱਦਾਂ ਦਾ? ਕਹਿੰਦੇ ਤੇਰਾ ਖਸਮ ਹੈ। ਹਮੇਸ਼ਾ ਔਰਤ ਨੂੰ ਸਿਖਾਇਆ ਜਾਂਦਾ ਹੈ ਕਿ ਹਮੇਸ਼ਾ ਤੂੰ ਆਦਮੀ ਦੀ ਮੰਨਣੀ, ਜੋ ਵੀ ਕਹਿ ਦੇਣਾ ਉਹ ਗੱਲ ਸੱਚ ਕਹਿਣੀ, ਔਰ ਇਹਦੇ ਹੁਕਮ 'ਚ ਰਹਿਣਾ ਹੈ। ਇਹ ਔਰਤ ਦਾ ਕੰਮ ਆ। ਤੇ ਇੱਥੇ ਵਿਆਹ ਆਖਰ ਕਿਉਂ ਵਰਤਿਆ? ਉਹ ਮਾਇਆ ਕਹਿੰਦੀ ਇੱਦਾਂ ਆ, ਜਿਹੜਾ ਆਪਣੀ ਬਿਰਤੀ ਉੱਚੀ ਚੁੱਕ ਲਵੇ ਤੇ ਚੁੱਕ ਕੇ ਮੇਰੇ ਨਾਲ ਵਿਆਹ ਕਰਾ ਲਵੇ, ਕਹਿੰਦਾ ਭਾਵ ਮੈਨੂੰ ਆਪਣੇ ਹੁਕਮ 'ਚ ਲੈ ਆਵੇ, ਮੇਰੇ ਤੇ ਜ਼ੋਰਵਾਰ ਹੋ ਜਾਵੇ। ਹੁਣ ਜਨਾਨੀ ਤੇ ਬੰਦਾ ਹਮੇਸ਼ਾ ਜ਼ੋਰਵਾਰ ਹੁੰਦਾ ਨਾ,
ਤੂੰ ਕਿੱਦਾਂ ਨਹੀਂ ਮੰਨੇਗੀ ਮੇਰੀ ਗੱਲ, ਮੈਂ ਬੰਦਾ ਹਾਂ। ਤੇ ਇੱਥੇ ਫਿਰ ਉਹ ਮਾਇਆ ਕਹਿੰਦੀ ਕਬੀਰ ਨੂੰ ਵੀ ਜਿਨ੍ਹਾਂ ਦੀ ਮਨ ਬਿਰਤੀ ਉੱਚੀ ਹੋ ਜਾਂਦੀ ਹੈ ਨਾ, ਉਹ ਮੈਨੂੰ ਆਪਣੇ ਕੰਟਰੋਲ 'ਚ ਕਰ ਲੈਂਦੇ ਆ। ਤੇ ਸਚੇਰੀ ਕਹਿੰਦੀ ਉਹਨਾਂ ਦੀ ਫਿਰ ਮੈਂ ਦਾਸੀ ਬਣ ਕੇ ਰਹਿੰਦੀ ਹਾਂ। ਵਾਹਿਗੁਰੂ ਦੱਸੋ, ਆਪਾਂ ਕਹਿੰਦੇ ਮਾਇਆ ਕਾਬੂ ਨਹੀਂ ਆਉਂਦੀ, ਉਹ ਆਪ ਕਹਿਣ ਡਈ ਹੈ, ਕਹਿੰਦੀ ਉਹਨਾਂ ਦੀ ਮੈਂ ਦਾਸੀ ਬਣ ਕੇ ਰਹਿੰਦੀ ਹਾਂ। ਪਰ ਸੁਣਿਓ ਅੱਗੇ ਹੋਰ ਬੜੀ ਵੱਡੀ ਗੱਲ ਕਹੀ ਉਹਨੇ, ਦਾਸੀ ਕਿਹਨਾਂ ਦੀ ਬਣ ਕੇ ਰਹਿੰਦੀ ਹੈ? ਐਵੇਂ ਨਹੀਂ। ਉਹ ਕੌਣ ਲੋਕ ਨੇ ਜਿਹੜੇ ਮੇਰੇ ਨਾਲ ਵਿਆਹ ਕਰਾਉਂਦੇ ਨੇ? ਉਹ ਕੌਣ ਲੋਕ ਨੇ ਜਿਹੜੇ ਮੈਨੂੰ ਆਪਣੀ ਜੁੱਤੀ ਹੇਠਾਂ ਰੱਖਦੇ ਨੇ? ਉਹ ਕੌਣ ਲੋਕ ਜਿਹੜਾ ਮੇਰਾ ਪ੍ਰਭਾਵ ਨਹੀਂ ਪੈਣ ਦਿੰਦੇ ਆਪਣੇ ਉੱਤੇ? ਕੌਣ ਨੇ ਉਹ? ਕਬੀਰ ਜੀ ਕਹਿੰਦੇ ਦੱਸ ਫਿਰ ਕੌਣ ਹੈ ਉਹ? ਮਾਇਆ ਨੂੰ ਕਹਿੰਦੇ ਦੱਸ ਕੌਣ ਹੈ? ਗੱਲਬਾਤ ਹੋ ਰਹੀ ਨਾ, ਦੱਸ ਕੌਣ ਹੈ? ਤੇ ਮਾਇਆ ਕਹਿੰਦੀ ਹਮਰੋ ਭਰਤਾ ਵੱਡੋ ਵਿਵੇਕੀ, ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਕਹਿੰਦੇ ਕਬੀਰ ਸੁਣ ਲੈ ਮੇਰੀ ਗੱਲ, ਹਮਰੋ ਭਰਤਾ, ਭਰਤਾ ਕਿਹਨੂੰ ਕਹਿੰਦੇ? ਖਸਮ ਨੂੰ। ਕਹਿੰਦੀ ਮੇਰਾ ਖਸਮ ਉਹ ਹੀ, ਮੇਰੇ ਤੇ ਕੰਟਰੋਲ ਉਹ ਕਰ ਸਕਦਾ ਹੀ। ਕਬੀਰ ਜੀ ਕਹਿੰਦੇ ਕੌਣ? ਕਹਿੰਦੇ ਵੱਡੋ ਵਿਵੇਕੀ। ਵੱਡੋ ਕੀ ਹੈ? ਵੱਡੋ ਵਿਵੇਕੀ ਕੀ ਹੈ? ਵਿਦਵਾਨ, ਗਿਆਨਵਾਨ, ਉਹਨੂੰ ਵਿਵੇਕੀ ਕਹਿੰਦੇ। ਆਪੇ ਸੰਤ ਕਹਾਵੇ, ਕਹਿੰਦਾ ਜਿਹੜਾ ਇਸ ਸੰਸਾਰ ਦੇ ਉੱਤੇ ਪਹੁੰਚ ਕੇ ਦੁਨੀਆ ਨੂੰ ਸੰਤ ਮੰਨਿਆ, ਸੰਤ ਮੰਨੇ ਔਰ ਬੜਾ ਵੱਡਾ ਵਿਦਵਾਨ ਹੋਵੇ, ਗਿਆਨਵਾਨ ਹੋਵੇ, ਕਹਿੰਦੇ ਉਹ ਮੇਰਾ ਖਸਮ ਬਣ ਕੇ ਰਹਿ ਸਕਦਾ ਹੀ, ਉਹ ਮੈਨੂੰ ਆਪਣੀ ਅਧੀਨਗੀ 'ਚ ਰੱਖ ਸਕਦਾ ਹੀ, ਉਹਦੇ ਨਾਲ ਮੈਂ ਕੁਛ ਨਹੀਂ ਵਿਗਾੜ ਸਕਦੀ। ਇਹਦਾ ਮਤਲਬ ਕੋਈ ਗਿਆਨਵਾਨ ਹੀ ਮਾਇਆ 'ਤੇ ਕੰਟਰੋਲ ਕਰ ਸਕਦਾ। ਜੇ ਅਸੀਂ ਗਿਆਨਵਾਨ ਹੋਏ ਹੀ ਨਹੀਂ, ਗੁਰਬਾਣੀ ਪੜ੍ਹੀ ਗਏ ਪੜ੍ਹ ਗੱਡੀ ਲੱਦੀ ਗਈ, ਪੰਡਾਂ ਬੰਨ੍ਹ ਦਿੱਤੀਆਂ ਫੜ ਕੇ, ਤੇ ਸਾਡਾ ਮਾਇਆ 'ਤੇ ਕੰਟਰੋਲ ਕੋਈ ਨਹੀਂ ਮੰਨਦਾ। ਹੈ ਕੰਟਰੋਲ ਕਿਤੇ? ਅਸੀਂ ਗੁਰੂ ਘਰ ਜਾਣ ਡਏ ਹੈ, ਗੁਰੂ ਘਰ ਗਏ, ਉੱਥੇ ਝਾੜੂ ਫੇਰਿਆ, ਝਾੜੂ ਫੇਰਦਿਆਂ ਜੋੜੇ ਝਾੜਦਿਆਂ ਲੰਗਰ ਦੀ ਸੇਵਾ ਕਰਦਿਆਂ ਕੋਈ 10 20 50 200 ਰੁਪਈਆ 400 ਰੁਪਈਆ ਦੇ ਕੇ ਮੰਨ ਕੇ ਉਹਦਾ ਫਲਾਣਾ ਕੰਮ ਬਣ ਜਾਵੇ। ਦੱਸੋ ਫਿਰ ਭਾਰੀ ਕੌਣ ਹੈ? ਮਾਇਆ ਹੀ ਭਾਰੀ ਹੈ ਨਾ। ਤੇ ਜੇ ਕਿਤੇ ਗੁਰੂ ਦੀ ਗੁਰਬਾਣੀ ਸਮਝ ਲੱਗ ਜਾਂਦੀ, ਮਨ ਬਿਰਤੀ ਜਾਗ ਜਾਂਦੀ, ਤੇ ਥੋੜ੍ਹਾ ਬਹੁਤਾ ਗੁਰੂ ਦਾ ਗਿਆਨ ਸਾਡੇ ਅੰਦਰ ਟਿਕ ਜਾਂਦਾ ਕਿਤੇ, ਤੇ ਇਹ ਮਾਇਆ ਸਾਡੀ ਦਾਸੀ ਬਣ ਜਾਣੀ ਸੀ। ਸਾਨੂੰ ਗੁਰੂ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ ਵੀ ਮੇਰਾ ਫਲਾਣਾ ਕੰਮ ਬਣ ਜਾਵੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੋ ਜਿਨ ਸੇਵਿਆ ਤਿਨ ਪਾਇਆ ਮਾਨ, ਨਾਮ ਸਿਮਰਨ ਕਰਨ ਵਾਲਿਆਂ ਦੇ ਕੰਮ ਤੇ ਆਪੇ ਬਣੀ ਜਾਂਦੇ ਆ। ਜਦੋਂ ਇਹਨੇ ਇੰਨੀ ਵੱਡੀ ਗੱਲ ਕਹੀ ਨਾ, ਮਾਇਆ ਨੇ, ਮਾਇਆ ਕਹਿਣ ਡਈ, ਮਾਇਆ ਗੱਲਾਂ ਕਰਨ ਡਈ, ਮਾਇਆ ਕਹਿੰਦੀ ਕਬੀਰ ਜੀ ਜਿਹੜਾ ਕੋਈ ਗਿਆਨਵਾਨ ਆ, ਜਿਹੜਾ ਸੰਸਾਰ ਤੇ ਸੰਤ ਖਵਾਉਂਦਾ, ਜਿਹਨੂੰ ਸੰਸਾਰ ਮੰਨਦਾ ਇਹ ਸੰਤ ਆ, ਕਹਿੰਦੇ ਅਸੀਂ ਉਹਦੇ ਅਧੀਨਗੀ ਕਰਦੇ ਹਾਂ। ਠੀਕ ਹੈ, ਫਿਰ ਕੀ ਕਹਿਣ ਲੱਗਿਆ? ਕਹਿੰਦੀ ਮੇਰਾ ਖਸਮ ਹੈ। ਕਹਿੰਦੀ ਉਹ ਹਮਾਰੇ ਮਾਥੇ ਕਾਇਮ, ਮਾਇਆ ਕਹਿੰਦੀ ਉਹ ਹਮਾਰੇ ਮਾਥੇ ਕਾਇਮ ਔਰ ਹਮਾਰੇ ਨਿਕਟ ਨਾ ਆਵੇ। ਕਹਿੰਦੇ ਕੀ ਕਿਹਾ? ਕਹਿੰਦੇ ਉਹ ਹਮਾਰੇ ਮਾਥੇ ਕਾਇਮ, ਕਹਿੰਦੇ ਜਿਹੜਾ ਗਿਆਨਵਾਨ ਹੈ ਨਾ, ਉਹ ਸਾਡੇ ਸਿਰ ਤੇ ਕਾਇਮ ਰਹਿੰਦਾ। ਕਹਿੰਦਾ ਭਾਵ ਉਹ ਸਾਡੇ ਸਿਰ ਤੇ ਖੜਾ ਰਹਿੰਦਾ, ਅਸੀਂ ਉਹਦਾ ਕੁਝ ਨਹੀਂ ਵਿਗਾੜ ਸਕਦੀ। ਮਾਇਆ ਕਹਿੰਦੀ ਮੈਂ ਉਹਦਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਉਹ ਮੇਰੇ ਸਿਰ ਤੇ ਕਾਇਮ ਰਹਿੰਦਾ ਹੈ। ਇਹਦਾ ਮਤਲਬ ਮੈਂ ਉੱਤੇ ਪ੍ਰਭਾਵ ਨਹੀਂ ਪਾ ਸਕਦੀ। ਫਿਰ ਅੱਗੇ ਕੀ ਲਿਖਿਆ? ਔਰ ਹਮਾਰੇ ਨਿਕਟ ਨਾ ਆਵੇ। ਕਹਿੰਦਾ ਉਸ ਸੰਤ ਤੋਂ, ਉਸ ਵਿਦਵਾਨ ਤੋਂ, ਉਸ ਗਿਆਨਵਾਨ ਤੋਂ ਇਲਾਵਾ ਅਰੇ ਬਾਕੀ ਤੁਰੇ ਫਿਰਦੇ ਸੰਸਾਰੀ ਤੇ ਸਾਡੇ ਲਾਗੇ ਵੀ ਨਹੀਂ ਆਉਂਦੇ, ਇਹ ਸਾਨੂੰ ਹੱਥ ਨਹੀਂ ਪਾ ਸਕਦੇ। ਕਹਿੰਦੇ ਮੇਰਾ ਕੁਝ ਨਹੀਂ ਵਿਗਾੜ ਸਕਦੇ, ਮੈਂ ਇਹਨਾਂ ਦੇ ਅਵੀਵ ਨਹੀਂ। ਮਾਇਆ ਗੱਲਾਂ ਕਰਦੀ ਪਈ ਹੈ। ਹੁਣ ਕਬੀਰ ਜੀ ਨੇ ਗੱਲ ਬੜੀ ਵੱਡੀ ਕਰਦੀ, ਕਹਿੰਦੇ ਚੱਕਰ ਕੀ ਹੈ? ਸੰਤਾਂ ਦੇ ਭਾਵ ਕਿਉਂ ਨਹੀਂ ਪਾਉਂਦੀ ਹੈ? ਸੰਤਾਂ ਤੇ ਪਾਉਣਾ ਚਾਹੀਦਾ। ਜੇ ਏਡੀ ਤਗੜੀ ਹੈ ਇਹ, ਤੇ ਫਿਰ ਸੰਤਾਂ ਤੇ ਵੀ ਪਾਉਣਾ ਚਾਹੀਦਾ। ਤੇ ਕਬੀਰ ਸਾਹਿਬ ਕੀ ਕਹਿੰਦੇ? ਕਹਿੰਦੇ ਨਾਕੋਂ ਕਾਟੀ, ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ। ਕਹਿੰਦਾ ਵੱਡੀ ਇਹ ਭੂਏ ਚੜੀ ਫਿਰਦੀ ਸੀ। ਕਹਿੰਦੇ ਇਹਨੂੰ ਪਤਾ ਨਹੀਂ ਸੰਤ ਕਿਹੜੀ ਚੀਜ਼ ਨੇ, ਕੀ ਚੀਜ਼ ਨੇ ਬਈ। ਕਹਿੰਦੇ ਨਾਕੋਂ ਕਾਟੀ, ਕਾਨੋਂ ਕਾਟੀ,
ਕਹਿੰਦੇ ਆਮ ਆਦਮੀ ਇਸ ਮਾਇਆ ਦੇ ਅਧੀਨ ਹੋ ਕੇ ਜੋ ਕੰਮ ਕਰਦਾ ਨਾ, ਨੱਕ ਦੀ ਖਾਤਰ ਕਰਦਾ, ਨੱਕ ਦੀ ਖਾਤਰ ਕਰਦਾ। ਕਹਿੰਦੇ ਇੱਥੋਂ ਤੱਕ ਵੀ ਕਈ ਸੱਜਣ ਇਦਾਂ ਦੇ ਮਿਲਣਗੇ, ਗੁਰੂ ਘਰ ਜਾਂਦੇ ਨੱਕ ਦੀ ਖਾਤਰ ਜਾਂਦੇ। ਲੋਕ ਕੀ ਕਹਿਣਗੇ, ਕਦੀ ਗੁਰੂ ਘਰ ਨਹੀਂ ਗਏ। ਸੇਵਾ ਕਰਦੇ ਨੱਕ ਦੀ ਖਾਤਰ ਕਰਦੇ ਆ, ਕੀ ਕਹਿਣਗੇ, ਅੰਮ੍ਰਿਤ ਛਕਿਆ ਕਦੀ ਸੇਵਾ ਨਹੀਂ, ਹੱਥ ਨਹੀਂ ਲਾਇਆ, ਨਹੀਂ, ਨੱਕ ਦੀ ਖਾਤਰ ਕਰਦੇ ਆ। ਕੋਈ ਵੀ ਕੰਮ ਕਰਦੇ ਸੰਸਾਰ ਦੇ ਨੱਕ ਦੀ ਖਾਤਰ ਕਰਦੇ ਆ। ਮਾਇਆ ਦੇ ਅਧੀਨ ਜਿਹੜੇ ਬੰਦੇ ਨੇ ਨਾ, ਫਿਰ ਮੇਰਾ ਨੱਕ ਨਹੀਂ ਰਹਿੰਦਾ। ਜੇ ਕਿਸੇ ਦੀ ਗਰੀਬ ਦੀ ਮਦਦ ਕੀਤੀ ਤਾਂ ਕੀ ਕਿਹਾ, ਉਹ ਯਾਰ ਚੰਗੇ ਨਹੀਂ ਲੱਗੀ ਤਾਂ ਨੱਕ ਨਹੀਂ ਰਹਿੰਦਾ। ਇੱਜ਼ਤ ਦੀ ਖਾਤਰ ਕੀਤੀ ਹੈ। ਜੇ ਕਿਸੇ ਨੂੰ ਕੁਝ ਦਿੱਤਾ ਹੈ, ਨੱਕ ਦੀ ਖਾਤਰ ਦਿੱਤਾ ਹੈ। ਕਹਿੰਦਾ ਮਹੱਲੇ ਵਾਲਿਆਂ ਸਾਰਿਆਂ ਨੇ 100 ਰੁਪਏ ਦਿੱਤਾ, ਮੈਂ 200 ਦਿੱਤਾ, ਨੱਕ ਦੀ ਖਾਤਰ ਇੱਜ਼ਤ ਚੰਗੀ ਬਣਦੀ ਹੈ, ਨੱਕ ਦੀ ਖਾਤਰ ਦਿੱਤਾ। ਤੇ ਕਾਨੂੰ ਕਾਟੀ, ਉਹ ਜੋ ਕੀਤਾ ਹੈ ਨਾ ਨੱਕ ਦੀ ਖਾਤਰ, ਮੁੜ ਕੇ ਸੁਣਦੇ ਆ ਲੋਕ ਕੀ ਕਹਿੰਦੇ, ਪ੍ਰਸ਼ੰਸਾ ਹੋਣ ਡਈ ਮੇਰੀ, ਬੱਲੇ ਬੱਲੇ ਹੋ ਰਹੀ ਮੇਰੀ, ਜੋ ਮੈਂ ਨੱਕ ਦੀ ਖਾਤਰ ਕੀਤਾ ਹੈ ਬੱਲੇ ਬੱਲੇ ਹੋ ਰਹੀ। ਕਈ ਸੱਜਣ ਤਾਂ ਗੁੱਸਾ ਨਾ ਕਰੇ, ਉਹ ਨੱਕ ਦੀ ਖਾਤਰ ਹੀ ਪਾਠ ਕਰ ਜਾਂਦੇ, ਨੱਕ ਦੀ ਖਾਤਰ ਹੀ ਗੁਰੂ ਕਰ ਜਾਂਦੇ। ਫਿਰ ਸੁਣਨਾ ਚਾਹੁੰਦੇ ਆ ਵੀ ਅੱਜ ਕੱਲ੍ਹ ਤੇ ਬੜੀ ਪ੍ਰਸ਼ੰਸਾ ਹੋ ਰਹੀ ਹੈ, ਵੀ ਇਹ ਤੇ ਰੱਬ ਦਾ ਪਿਆਰਾ, ਰੋਜ਼ ਗੁਰੂ ਘਰ ਜਾਣ ਲੱਗ ਪਿਆ, ਰੋਜ਼ ਪਾਠ ਕਰਦਾ ਏ, ਰੋਜ਼ ਸੇਵਾ ਕਰਦਾ ਹੈ, ਰੋਜ਼ ਫਲਾਣਾ ਕੰਮ ਕਰਦਾ ਹੈ, ਢਮਕਾਣਾ ਕੰਮ ਕਰਦਾ, ਇਹਨੇ ਉੱਥੇ ਸੇਵਾ ਕੀਤੀ, ਇਹਨੇ ਉੱਥੇ ਕੀਤੀ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਬੜਾ ਚੰਗਾ ਕੀਤਾ। ਸੁਣਦੇ ਆ। ਤੇ ਕਬੀਰ ਜੀ ਕਹਿੰਦੇ ਨਾਕੋਂ ਕਾਟੀ ਕਾਨੂੰ ਕਾਟੀ, ਕੂਟ ਕਾਟ ਕੇ ਡਾਰੀ। ਕਹਿੰਦੇ ਇਹਨਾਂ ਸੰਤਾਂ ਤੇ ਤੂੰ ਕੀ ਪ੍ਰਭਾਵ ਪਾਲੇਂਗੀ, ਇਹ ਜੋ ਕੁਝ ਵੀ ਕਰਦੇ ਨੱਕ ਦੀ ਖਾਤਰ ਨਹੀਂ ਕਰਦੇ, ਨੱਕ ਤੋਂ ਕੱਟੀ ਆਇਆ, ਇਹਨਾਂ ਨੇ ਆਪਣੇ ਨੱਕ ਦੀ ਪਰਵਾਹ ਨਹੀਂ ਕਰਦੇ। ਇਹ ਤੇਰੇ ਅਧੀਨ ਹੋ ਕੇ ਨੱਕ ਦੀ ਪਰਵਾਹ ਨਹੀਂ ਕਰਦੇ, ਵੀ ਜੇ ਆਪਾਂ ਕੰਮ ਨਹੀਂ ਕਰਾਂਗੇ ਤਾਂ ਨੱਕ ਨਹੀਂ ਰਹਿਣਾ। ਕਹਿੰਦਾ ਭਾਵ ਕਿ ਰੱਬ ਦੇ ਪਿਆਰੇ ਸੰਸਾਰੀ ਇੱਜ਼ਤ ਲਈ ਕੋਈ ਕੰਮ ਨਹੀਂ ਕਰਦੇ, ਸੰਸਾਰੀ ਇੱਜ਼ਤ ਲਈ ਕੋਈ ਕੰਮ ਨਹੀਂ ਕਰਦੇ। ਉਹ ਕਿਹਦਾ ਭਲਾ ਕਰਦੇ ਪਏ ਨੇ, ਤੇ ਉਹ ਇਹ ਨਹੀਂ ਕਰਦੇ ਵੀ ਲੋਕ ਚੰਗਾ ਕਹਿਣ ਮੈਨੂੰ, ਠੀਕ ਹੈ। ਨੱਕੋਂ ਕਾਟੀ, ਨੱਕ ਤੋਂ ਕੱਟਦੀ, ਪਰਵਾਹ ਨਹੀਂ ਕੀਤੀ। ਕਾਨੂੰ ਕਾਟੀ, ਕਾਨੂੰ ਕੱਟ ਦਾ ਮਤਲਬ ਕੀ ਹੈ ਕਿ ਉਹਨਾਂ ਨੇ ਕੰਨਾਂ ਤੋਂ ਵੀ ਕੱਟ ਦਿੱਤੀ। ਇਹਦਾ ਮਤਲਬ ਕਿ ਉਹ ਕੀਤੇ ਹੋਏ ਕੰਮ ਦੀ ਕਿਸੇ ਕੋਲ ਪ੍ਰਸ਼ੰਸਾ ਸੁਣਨ ਨਹੀਂ ਜਾਂਦੇ, ਕਿ ਕੋਈ ਬੱਲੇ ਬੱਲੇ ਕਰੇ ਵੀ ਅਸੀਂ ਫਲਾਣਾ ਕੰਮ ਕੀਤਾ, ਤਾਂ ਕੋਈ ਬਾਵਾ ਬਾਵਾ ਕਵੇ। ਕਹਿੰਦੇ ਕਾਟ ਕੂਟ ਕੇ ਡਾਰੀ। ਕਬੀਰ ਜੀ ਕਹਿੰਦੇ ਉਹਨੂੰ ਮਾਇਆ ਨੂੰ, ਕਹਿੰਦੇ ਇਹਨਾਂ ਸੰਤਾਂ ਨੇ, ਰੱਬ ਦੇ ਪਿਆਰਿਆਂ ਨੇ ਨਾ ਨੱਕ ਦੀ ਪਰਵਾਹ ਕੀਤੀ ਤੇ ਨਾ ਉਹਦੀ ਪ੍ਰਸ਼ੰਸਾ ਸੁਣਦੇ, ਨਾ ਕੱਟ ਕੁੱਟ ਕੇ ਪਰਾਂ ਕਰਤੀ, ਪਰਾਂ ਸੁੱਟ ਦਿੱਤੀ ਮਾਇਆ, ਵੀ ਜਾ ਪਰਾਂ ਜਾ ਕੇ ਪਾਓ। ਇਹ ਨਹੀਂ ਤੇਰੇ ਅਧੀਨ ਹੋ ਕੇ ਅਸੀਂ ਪ੍ਰਸ਼ੰਸਾ ਸੁਣਦੇ ਫਿਰੀਏ, ਤੇਰੇ ਅਧੀਨ ਹੋ ਕੇ ਅਸੀਂ ਕੋਈ ਇੱਜ਼ਤ ਦਾ ਕੰਮ ਕਰੀਏ। ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ। ਅਸੀਂ ਤੇ ਇਹ ਮੰਨਦੇ ਹਾਂ ਕਿ ਜੋ ਪਰਮਾਤਮਾ ਕਰਵਾ ਰਿਹਾ ਅਸੀਂ ਕਰਨ ਰਹੇ ਹਾਂ, ਅਸੀਂ ਤੇਰੇ ਅਧੀਨ ਹੋ ਕੇ ਕੋਈ ਕੰਮ ਨਹੀਂ ਕਰਦੇ। ਫਿਰ ਕਬੀਰ ਜੀ ਕਹਿੰਦੇ ਉਹ ਰਾਤ ਨੂੰ ਦੱਸਾਂ ਇੱਕ ਗੱਲ। ਕਹਿੰਦੇ ਦੱਸੋ। ਹੁਣ ਹੋਇਆ ਕੀ ਜਾਣਦੇ ਹੋ, ਜਦੋਂ ਕਬੀਰ ਜੀ ਨੇ ਏਡੀ ਵੱਡੀ ਗੱਲ ਕਹਿਤੀ, ਅਸੀਂ ਤੇਰੀ ਪਰਵਾਹ ਨਹੀਂ ਕਰਦੇ, ਮਨ ਵਿੱਚ ਬੜਾ ਆਇਆ ਵੀ ਯਾਰ ਅਸੀਂ ਕਿੱਦਾਂ ਇੱਥੇ ਪਹੁੰਚ ਸਕਦੇ ਵੀ ਅਸੀਂ ਨਹੀਂ ਕਿਤੇ ਇਹੋ ਜਿਹੀ ਗੱਲ ਕਰ ਲਈਏ, ਆਉਂਦਾ ਨਾ ਮਨ 'ਚ। ਫਿਰ ਇਸ ਚੀਜ਼ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੋਲ੍ਹਦੇ ਆ। ਕਹਿੰਦੇ ਗੱਲ ਬਣ ਸਕਦੀ ਜੀ, ਪਰ ਬਣੇ ਕਿੱਦਾਂ, ਪੁੱਛਿਆ ਕਿੱਦਾਂ ਬਣੂਗੀ, ਤੇ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਤੂੰ ਮਹਾ ਉਦਮਾਦਾ। ਆਹ ਧਿਆਨ ਨਾਲ ਸੁਣਿਓ, ਮਨ ਖੁੱਟ ਹਰ ਕਿਹਨੂੰ ਕਹਿੰਦੇ, ਉਹ ਖੋਟਿਆ ਮਨਾ ਤੇਰਾ ਕੋਈ ਭਰੋਸਾ ਨਹੀਂ ਹੈ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਕਹਿੰਦੇ ਖੋਟਿਆ ਮਨਾ ਤੇਰਾ ਕੋਈ ਭਰੋਸਾ ਨਹੀਂ ਹੈ। ਕਹਿੰਦਾ ਕਿਉਂ, ਕੀ ਗੱਲ ਹੋ ਗਈ? ਕਹਿੰਦੇ ਕਿਉਂਕਿ ਤੂੰ ਮਹਾ ਉਦਮਾਦਾ ਕਹਿੰਦੇ ਆ ਕਾਬੂ 'ਚ ਨਹੀਂ ਹੁੰਦਾ, ਸਹਿਮਤ ਨਹੀਂ ਹੁੰਦਾ, ਪਕੜ 'ਚ ਨਹੀਂ ਹੁੰਦਾ, ਸ਼ਰਾਰਤੀ ਹੈ ਤੂੰ। ਕਹਿੰਦੇ ਮਨਾ ਤੂੰ ਸ਼ਰਾਰਤੀ ਬੜਾ ਹੈ,
ਤੈਨੂੰ ਕਾਬੂ ਕਰਦਿਆਂ ਕਰਦਿਆਂ ਨਿਕਲ ਜਾਣਾ ਹੱਥ ਚੋਂ, ਭੱਜ ਜਾਣਾ ਤੂੰ। ਤੇ ਤੇਰੇ ਤੇ ਵਿਸ਼ਵਾਸ ਕਰਨਾ ਬੜਾ ਔਖਾ ਹੈ। ਤੇ ਪਤਾ ਕੀ ਸਿਖਾਇਆ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ? ਕਹਿੰਦੇ ਇੱਕ ਕੰਮ ਕਰੋ, ਜੇ ਕਾਬੂ ਕਰਨਾ ਜੇ ਤੇ ਕੀ ਕਰੀਏ? ਕਹਿੰਦੇ ਏਦਾਂ ਕਰੋ, ਖਰ ਕਾ ਪੈਖਰ ਤੋਂ ਛੁੱਟੇ ਜੋ ਉੱਪਰ ਲੱਦਾ। ਖਰ ਕਾ ਪੈਖਰ ਤੋਂ ਛੁੱਟੇ। ਖਰ ਕਹਿੰਦੇ ਖੋਤੇ ਨੂੰ, ਤੇ ਪੈਖਰ ਪਤਾ ਕਿਹਨੂੰ ਕਹਿੰਦੇ? ਜਿਹੜਾ ਖੋਤਾ ਨਾ, ਖੋਤਾ, ਜਦੋਂ ਖੋਤਾ ਖੁਰਲੀ ਤੇ ਬੰਨ੍ਹੀ ਦਿੰਦੇ ਨਾ ਲੋਕ, ਤੇ ਉਹਦੀ ਪਿਛਲੀ ਲੱਤ ਨੂੰ ਰੱਸੀ ਬੰਨ੍ਹ ਦਿੰਦੇ, ਕਿੱਲੇ ਨਾਲ ਬੰਨ੍ਹ ਦਿੰਦੇ, ਉਹਨੂੰ ਪੈਖਰ ਕਹਿੰਦੇ ਆ। ਕਹਿੰਦੇ ਖਰ ਕਾ ਪੈਖਰ ਤੋਂ ਛੁੱਟੇ। ਕਹਿੰਦੇ ਖੋਤੇ ਦੀ ਕਦੀ ਰੱਸੀ ਕੋਈ ਨਹੀਂ ਖੋਲ੍ਹਦਾ। ਕਿਉਂ? ਉਹ ਭੁੜਕਣੋਂ ਹਟਦਾ ਹੀ ਨਹੀਂ, ਉਹ ਉੱਥੇ ਬਹਿੰਦਾ ਹੀ ਨਹੀਂ, ਉਹ ਚੁੱਕ ਕੇ ਭੱਜ ਜਾਂਦਾ, ਰੂੜੀਆਂ ਚੱਲ ਜਾਂਦਾ। ਜੇ ਉਹਨੂੰ ਘਰ ਬੰਨਣਾ ਤਾਂ ਰੱਸੀ ਬੰਨ੍ਹ ਕੇ ਰੱਖਦੇ ਪਿਛਲੀ ਲੱਤ ਦੇ ਨਾਲ। ਕਹਿੰਦੇ ਪਿਛਲੀ ਲੱਤ ਰੱਸੀ ਉਦੋਂ ਖੋਲ੍ਹਦੇ, ਪੈਖਰ ਤੋਂ ਛੁੱਟੇ ਤੋਂ ਛੱਡਦੇ ਆ ਉਹਨੂੰ, ਰੱਸੀ ਨੂੰ। ਕਦੋਂ? ਜਿਉਂ ਉੱਪਰ ਲੱਦਾ, ਜਿਉਂ ਦਾ ਭਾ, ਜਦੋਂ ਉਹਦੇ ਉੱਪਰ ਕੁਛ ਲੱਦਦੇ ਆ ਖੋਤੇ ਦੇ, ਉਦੋਂ ਰੱਸੀ ਉਹਦੀ ਖੋਲ੍ਹਦੇ ਆ। ਤੇ ਹੁਣ ਨਹੀਂ ਭੱਜਦਾ ਕਿਸੇ ਪਾਸੇ, ਉੱਤੇ ਭਾਰ ਲੱਦੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਮਨ ਖੋਤੇ ਦੀ ਨਿਆਈ ਆ, ਇਹਦੀ ਰੱਸੀ ਤਾਂ ਖੁੱਲਣੀ ਹੈ ਜਦੋਂ ਤੇ ਕੋਈ ਲੱਦਿਆ ਹੋਊ। ਉਹ ਕਹਿੰਦੇ ਤੇ ਨਾਮ ਲੱਦ ਦਿਓ, ਸਿਮਰਨ ਲੱਦ ਦਿਓ, ਤੇ ਰੱਸੀ ਖੋਲ ਦਿਓ, ਫਿਰ ਕਿਤੇ ਨਹੀਂ ਜਾਂਦਾ, ਫਿਰ ਇਹ ਕਿਤੇ ਨਹੀਂ ਜਾਂਦਾ। ਸੱਚ ਜੇ ਖੋਤੇ ਤੇ ਕੁਛ ਲੱਦਿਆ ਹੋਵੇ ਨਾ, ਫਿਰ ਉਹ ਜਿੱਧਰ ਲਿਜਾਣਾ ਚਾਹੀਏ ਉੱਧਰ ਜਾਂਦਾ। ਪਰ ਜੇ ਕੋਈ ਲੱਦਿਆ ਨਾ ਉਹ ਤਾਂ ਸਿੱਧਾ ਰੂੜੀਆਂ ਤੇ ਜਾਂਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨ ਤੇ ਨਾਮ ਲੱਦ ਦਿਓ, ਫਿਰ ਸਿੱਧਾ ਸੱਚਖੰਡ ਨੂੰ ਜਾਂਦਾ। ਤੇ ਜੇ ਨਾਮ ਨਾ ਲੱਦੀਏ, ਇਹ ਫਿਰ ਸੰਸਾਰੀ ਹੈ, ਗੰਦਗੀ 'ਚ ਜਾਂਦਾ ਹੈ, ਮਾਇਆ ਵੱਲ ਜਾਂਦਾ ਹੈ, ਸੰਸਾਰ ਵੱਲ ਜਾਂਦਾ ਹੈ, ਇਹ ਨਿਰੰਕਾਰ ਵੱਲ ਨਹੀਂ ਜਾਂਦਾ। ਕਹਿੰਦੇ ਭਾਈ ਸਮਝ ਇਹਨੂੰ। ਫਿਰ ਕਬੀਰ ਸਾਬਨ ਕਹਿਣ ਲੱਗੇ, ਕਹਿੰਦੇ ਮਾਇਆ, ਸੰਸਾਰ ਨੂੰ ਦੱਸਣ ਲੱਗੇ, ਕਹਿੰਦੇ ਜਿਹੜੀ ਮਾਇਆ ਨਾ, ਮਾਇਆ ਉਹ ਮੈਂ ਤੁਹਾਨੂੰ ਦੱਸਾਂ ਇਹ ਕੌਣ ਆ। ਕਬੀਰ ਜੀ ਕੌਣ ਹੈ? ਕਹਿੰਦੇ ਮੇਰੀ ਤੇ ਗੱਲਬਾਤ ਹੁੰਦੀ ਰਹਿੰਦੀ, ਮੇਰੀ ਗੱਲਬਾਤ ਹੁੰਦੀ ਰਹਿੰਦੀ। ਦੱਸੋ? ਤੇ ਦੱਸਣ ਲੱਗੇ, ਕਹਿੰਦੇ ਕਹੋ ਕਬੀਰ ਸੰਤਨ ਕੀ ਬੈਰਨ, तीन लोग की प्यारी। कहते आज ਇਹਦਾ रूप असली। कहते कहो कबीर संतन की बैरन। कहते ਜਿਹੜੀ ਮਾਇਆ ਨਾ ਸੰਤਾਂ ਮਹਾਂਪੁਰਖਾਂ ਦੇ ਆਤਮਿਕ ਜੀਵਨ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ, ਇਹਨੂੰ ਵੈਰਨ ਕਹਿੰਦੇ ਆ। ਕਹਿੰਦੇ ਪਰ ਉਹ ਇਹਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਨੱਕ ਤੋਂ ਕੱਟੀ ਹੈ, ਕੰਨ ਤੋਂ ਵੀ ਕੱਟੀ ਹੈ। ਉਹ ਜੋ ਕੁਝ ਕੰਮ ਕਰਦੇ ਆ ਸੰਸਾਰੀ ਨੱਕ ਲਈ ਨਹੀਂ ਕਰਦੇ, ਔਰ ਨਾ ਹੀ ਉਹਦੀ ਫਿਰ ਪ੍ਰਸ਼ੰਸਾ ਸੁਣਨੀ ਚਾਹੁੰਦੇ ਨੇ। ਉਹ ਪਤਾ ਕਹਿੰਦੇ ਆ ਜੋ ਕਰਵਾਉਣਾ ਸੀ ਰੱਬ ਨੇ ਕਰਾਤਾ, ਹੁਣ ਜੋ ਜੱਗ ਕਹਿੰਦਾ ਕਹੀ ਜਾਵੇ। ਉਹ ਕਹਿੰਦੇ ਜੋ ਜੱਗ ਕਹਿੰਦਾ ਕਹੀ ਜਾਵੇ, ਉਹਨਾਂ ਨੂੰ ਪਰਵਾਹ ਨਹੀਂ। ਕਹਿੰਦੇ ਫਿਰ तीन लोग की प्यारी, ਕਹਿੰਦੇ ਬਾਕੀ ਸਾਰੀ ਸ੍ਰਿਸ਼ਟੀ ਨੂੰ ਇਹ ਪਿਆਰ ਕਰਦੀ ਹੈ। तीन लोग ਕੌਣ ਹੈ? ਸਾਰੀ ਸ੍ਰਿਸ਼ਟੀ। ਕਹਿੰਦੇ ਸਾਰੇ ਜੱਗ ਨੂੰ ਇਹ ਮਾਇਆ ਪਿਆਰ ਕਰਦੀ ਹੈ, ਆਪਣੇ ਮੋਹ 'ਚ ਲੁਭਾ ਕੇ ਰੱਖਦੀ ਹੈ। ਥੋੜ੍ਹਾ ਜਿਹਾ ਕਿਸੇ ਨੂੰ ਵੱਧ ਦੇਤਾ ਤੇ ਉਹ ਫੁੱਲੀਆਂ ਹੀ ਪਾਉਂਦਾ, ਫੁੱਲਿਆ ਨਹੀਂ ਸਮਾਉਂਦਾ। ਕਹਿੰਦੇ ਆ ਮਹਾਂਪੁਰਖਾਂ ਦੇ ਸੰਤਾਂ ਦੇ ਜੀਵਨ ਦੇ ਆਤਮਿਕ ਜੀਵਨ 'ਚ ਰੁਕਾਵਟ ਪਾਉਂਦੀ ਹੈ, ਪਰ ਉਹ ਰੁਕਦੇ ਨਹੀਂ। ਕਿਉਂ ਨਹੀਂ ਰੁਕਦੇ? ਕਿਉਂਕਿ ਨਾਕੋਂ ਕਾਢੀ ਕਾਨੋਂ ਕਾਢੀ। ਕਿਉਂਕਿ ਉਹਨਾਂ ਨੇ ਨੱਕ ਤੋਂ ਤੇ ਕੰਨ ਤੋਂ ਕੱਟੀ ਹੈ। ਉਹ ਜੋ ਕੁਝ ਕਰਦੇ ਨੱਕ ਦੀ ਖਾਤਰ ਨਹੀਂ ਕਰਦੇ, ਇੱਜ਼ਤ ਲਈ ਨਹੀਂ ਕਰਦੇ, ਔਰ ਜੋ ਕਰ ਗਿਆ ਉਹਦੇ ਬਦਲੇ ਲੋਕੀ ਕੀ ਕਹਿਣਗੇ ਫਿਰ ਉਹਦੀ ਪਰਵਾਹ ਨਹੀਂ ਕਰਦੇ। ਅਸੀਂ ਗੌਰ ਹੀ ਨਹੀਂ ਕੀਤੀ। ਹੁਣ ਧਿਆਨ ਦੇਣਾ, ਅਸੀਂ ਸਾਰੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਹਾਂ। ਕਿਉਂ ਨਹੀਂ ਮੰਨਦੇ? ਅਸੀਂ ਰੱਬ ਨੂੰ ਮੰਨਦੇ ਹਾਂ। ਉਹ ਗੁਰੂ ਸਾਹਿਬਾਨ ਕਹਿੰਦੇ ਮੰਨਦੇ ਹੋ ਨਾ, ਤੇ ਜਿਹੜੇ ਮੰਨਦੇ ਉਹਨਾਂ ਦੀ ਤੇ ਮਹਿਮਾ ਹੀ ਬੜੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨਦੇ ਆ ਨਾ ਰੱਬ ਨੂੰ, ਉਸ ਨਿਰੰਕਾਰ ਨੂੰ ਆਪਣਾ ਮੰਨਦੇ ਆ, ਪਰਮਾਤਮਾ ਨੂੰ ਆਪਣਾ ਮੰਨਦੇ ਆ। ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਗਤ ਦਾ ਭਾਵ ਕੀ ਹੈ? ਗਤੀਵਿਧੀ, ਚਾਲ। ਕਹਿੰਦੇ ਉਹਨਾਂ ਦੀ ਜਿਹੜੀ ਚਾਲ ਹੈ, ਜਿਹੜੀ ਗਤੀਵਿਧੀ ਹੈ, ਉਹ ਤੇ ਬਿਆਨ ਹੀ ਨਹੀਂ ਹੁੰਦੀ। ਜਿਹੜੇ ਮੰਨਦੇ ਆ ਉਹ ਨਹੀਂ ਬਣੀ ਹੁੰਦੀ, ਕਿਉਂਕਿ ਉਹਨਾਂ ਦੀ ਗਤੀਵਿਧੀ ਵੱਖਰੀ ਹੁੰਦੀ ਹੈ। ਪਰ ਕਰੋਗੇ ਕੀ? ਆਪਾਂ ਤੇ ਗੌਰ ਹੀ ਨਹੀਂ ਕੀਤੀ, ਸਾਨੂੰ ਤੇ ਲੋੜ ਹੀ ਨਹੀਂ ਪਈ। ਸੋ ਕੀ ਕਰਨਾ?
ਆਪਾਂ ਇੱਥੇ ਪਹੁੰਚਣਾ ਕਿ ਪਰਿਵਾਰ ਵਿੱਚ ਰਹੀਏ, ਪਰ ਪਰਿਵਾਰ ਮਾਇਆ ਨਾ ਬਣ ਜਾਵੇ। ਪਰਿਵਾਰ 'ਚ ਰਹਿ ਕੇ ਵੀ ਪਰਮਾਤਮਾ ਦੀ ਯਾਦ ਆਉਂਦੀ ਰਹੇ, ਇਹ ਪਰਿਵਾਰ ਮਾਇਆ ਨਹੀਂ ਬਣ ਸਕਦੀ। ਕੰਮ ਕਰ ਕਰਦੇ ਵੀ ਪਰਮਾਤਮਾ ਨੂੰ ਯਾਦ ਰੱਖੀਏ, ਕੰਮ ਕਰ ਮਾਇਆ ਨਹੀਂ ਹੋ ਸਕਦੀ। ਕਿੱਦਾਂ ਦਾ ਵੀ ਮਾਹੌਲ ਹੋਵੇ, ਰੱਬ ਚੇਤੇ ਹੋਵੇ, ਉਹ ਮਾਹੌਲ ਮਾਇਆ ਨਹੀਂ ਬਣ ਸਕਦਾ। ਇਹ ਗੁਰੂ ਜੀ ਕਹਿਣਾ ਚਾਹੁੰਦੇ ਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਕਹਿੰਦੇ ਜਿਨ੍ਹਾਂ ਦੀ ਗੁਰੂ ਦੀ ਬਖਸ਼ਿਸ਼ ਦੇ ਨਾਲ ਲਿਵ ਲੱਗੀ ਹੈ, ਲਿਵ ਲੱਗੀ ਦਾ ਮਤ ਤੁਰ ਪਏ ਨੇ, ਤੁਰ ਪਏ ਦਾ ਭਾਵ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਾਪ ਕਰਨ ਲੱਗ ਪਿਆ, ਸਿਮਰਨ ਕਰਨ ਲੱਗ ਪਿਆ, ਸੁਰਤ ਸ਼ਬਦ ਤੇ ਸਵਾਰ ਹੋ ਗਈ ਹੈ। ਹੁਣ ਜਦੋਂ ਆਪਾਂ ਘਰੋਂ ਕਿਤੇ ਜਾਣਾ, ਗੱਡੀ 'ਤੇ ਬੈਠਾਂਗੇ ਤਾਂ ਹੀ ਮੰਨਾਂਗੇ ਵੀ ਚਲਾ ਗਿਆ, ਜਹਾਜ਼ 'ਤੇ ਬੈਠਾਂਗੇ ਤਾਂ ਹੀ ਮੰਨਾਂਗੇ ਚਲਾ ਗਿਆ। ਜਦੋਂ ਸਾਡੀ ਸੁਰਤ ਸ਼ਬਦ 'ਤੇ ਸਵਾਰ ਹੋਏਗੀ ਤਾਂ ਹੀ ਮੰਨੇ ਜਾਓਗੇ ਤੁਰ ਪਏ ਹੋ। ਹੁਣ ਕਿਤੇ ਪਹੁੰਚ ਜਾਵਾਂਗੇ। ਅਤੇ ਜਿਨ੍ਹਾਂ ਦੀ ਸੁਰਤ ਸ਼ਬਦ ਦਾ ਮਿਲਾਪ ਨਹੀਂ, ਜਿਹੜੇ ਨਾਮ ਸਿਮਰਨ ਨਹੀਂ ਕਰਦੇ, ਅਤੇ ਗੁਰੂ ਸਾਹਿਬਾਨ ਕਹਿੰਦੇ ਭਾਈ ਨਾਮ ਤੋਂ ਬਗੈਰ ਸੰਸਾਰ 'ਤੇ ਕੋਈ ਜ਼ਿੰਦਗੀ ਨਹੀਂ ਹੈ, ਸ਼ਬਦ ਤੋਂ ਬਗੈਰ ਸੰਸਾਰ 'ਤੇ ਕੋਈ ਜ਼ਿੰਦਗੀ ਨਹੀਂ ਹੈ। ਇਹ ਮਾਇਆ ਇਹਨੇ ਤੁਰਨ ਨਹੀਂ ਦੇਣਾ। ਪਰ ਜਿਹੜੇ ਨਾਮ ਦੇ ਸਵਾਰ ਹੋ ਜਾਂਦੇ ਨੇ ਨਾ, ਉਹ ਤੋਂ ਉੱਚੇ ਹੋ ਜਾਂਦੇ, ਉਹਨਾਂ ਨੂੰ ਰੋਕ ਨਹੀਂ ਪਾਉਂਦੀ ਹੈ, ਫਿਰ ਝੁਕ ਜਾਂਦੀ ਉਹਨਾਂ ਅੱਗੇ, ਕਹਿੰਦੀ ਛੱਡੋ ਮੈਂ ਇਹਨਾਂ ਦਾ ਕੀ ਵਿਗਾੜ ਸਕਦੀ ਹਾਂ। ਕਿਹੜੀ ਗੱਲੋਂ? ਹੁਣ ਜਹਾਜ਼ 'ਤੇ ਚੜ੍ਹਿਆ, ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ ਤਾਂ ਆਪਾਂ ਦੁਸ਼ਮਣ ਕਈ ਛਾਲਾਂ ਮਾਰਦੇ ਸੀ, ਕਰ ਦਿਆਂਗਾ, ਜਹਾਜ਼ 'ਤੇ ਬਹਿ ਗਿਆ, ਜਹਾਜ਼ ਉੱਡ ਗਿਆ, ਕੀ ਕਹਿੰਦਾ ਚੱਲ ਕੀ ਕਰੀਏ, ਹੁਣ ਹੱਥੋਂ ਨਿਕਲ ਗਿਆ ਬੰਦਾ ਯਾਰ। ਅਤੇ ਮਾਇਆ ਵੀ ਕਹਿੰਦੀ ਆ, ਜਿਹਦੀ ਸੁੱਤ ਸ਼ਬਦ ਦੇ ਸਵਾਰ ਹੋ ਗਈ, ਮੇਰੇ ਹੱਥੋਂ ਨਿਕਲ ਗਿਆ, ਹੁਣ ਮੈਂ ਤਾਂ ਕੁਛ ਨਹੀਂ ਵਿਗਾੜ ਸਕਦੀ। ਇਹ ਤਾਂ ਜਿੱਧਰ ਜਾਣਾ ਨਾ, ਜਿੱਧਰ ਜਹਾਜ਼ ਜਾਊਗਾ ਉਹਨੇ ਉੱਥੇ ਜਾਊਗਾ, ਇਹਦਾ ਮਤਲਬ ਇਹ ਮਨ ਬਿਰਤੀ ਸੱਚਖੰਡ ਨੂੰ ਜਾਊਗੀ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਵਡਭਾਗੇ ਹੋ ਕਰਮਾਂ ਵਾਲਿਓ, ਗੁਰੂ ਚਰਨਾਂ ਨਾਲ ਜੁੜੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹਿਆ ਕਰੋ, ਸਤਿਕਾਰ ਨਾਲ ਪੜ੍ਹਿਆ ਕਰੋ। ਗੁਰਬਾਣੀ ਪੜ੍ਹ ਕੇ ਫਿਰ ਉਹਦੀ ਵਿਚਾਰ ਕਰੋ, ਨਿਤਨੇਮ ਕਰੋ, ਫਿਰ ਉਹਦੀ ਵਿਚਾਰ ਕਰੋ, ਅਤੇ ਜੋ ਗੁਰਬਾਣੀ ਕਹਿੰਦੀ ਹੈ ਕਰ ਲਓ। ਗੁਰਬਾਣੀ ਇੱਕੋ ਗੱਲ ਹੀ ਕਹਿੰਦੀ, ਇਸ ਯੁੱਗ ਮੇਂ ਸੋਭਾ ਨਾਮ ਕੀ, ਮੇਰਾ ਨਾਮ ਹੈ ਸੋਭ ਨਾ ਹੋਏ। ਮਾਲਿਕ ਚੜ੍ਹਦੀ ਕਲਾ ਕਰੇ। ਆਓ ਸਮਾਪਤੀ ਕਰੀਏ, ਫਤਿਹ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।